हालेलुया। सो असीं प्रभु के वचन के विचों विचार कर रहे हैं जो मिलाप के तंबू के अंदर पर्दा है उहदी रंगां नूं असीं देख रहे हैं और इसलिए देख रहे हैं कि असीं इस पर्दे के 7वें स्टैप ते आए हैं जिहदे असीं देख रहे हैं कि पर्दा किवें बनिया और वो जिहड़ा पर्दा बनिया उहदे विच फिर रंग भी अलग अलग प्रकार के। हालेलुया। जिद्दां पर्दा बनिया इसी तरीके नाल साडे लई यीशु मसीह भी बनिया। हालेलुया। और उसी तरीके नाल असीं भी बनना। असीं इन्हां तीन हिस्सिਆਂ ਨੂੰ ਸਿੱਖਦੇ ਹੋਏ ਸਾਡੇ ਲਈ ਤਿੰਨਾਂ ਥਾਵਾਂ ਤੋਂ ਮਿਸਾਲ ਸਾਡੇ ਲਈ ਕੀ ਰੱਖੀ ਗਈ ਆ ਕਿ ਅਸੀਂ ਬਣਨਾ। ਹਾਲੇਲੂਇਆ। ਅਸੀਂ ਵੀ ਬਣਨਾ ਹੈ। ਇਸ ਲਈ ਇਸ ਪਰਦੇ ਦੇ ਵਿੱਚ ਜਿਹੜਾ रंग वरत्या गया वो है ईश्वरीय प्रेम नूं दिखाउंदा और दूसरा ये रंग जिहड़ा नीला आ ये दसदा कि यीशु मसीह राजा है। हालेलुया। सो कल आपां काफ़ी गल्लां ते प्यार दे बारे वचन चो देखिया ईश्वरी प्यार दे बारे और असीं बाद विच आ गए सीगे एक गल ध्यान कर रहे सीगे कि नी पा के ना नी डाल के हिंदी च लिखा है प्रेम दे विच की कर देना उसर दे जड़ फड़ के उसर दे जाना। हालेलुया। तो उहदे नाल है संतां दे नाल एक शब्द आया इस विच संतां दे नाल संतां दे नाल मतलब कि संतां दे नाल असीं फड़ सकदे हां नहीं ਅਸੀਂ ਕੋਈ ਇਕੱਲੀ ਆਪਣੀ ਮਰਜ਼ੀ ਦੀ ਨਹੀਂ ਬਣਾ ਸਕਦੇ ਨਹੀਂ। ਜਿੱਥੇ ਉਹਦੇ ਸੰਤ ਲੋਕ ਆ ਉੱਥੇ ਮਸੀਹ ਉਹਨਾਂ ਦੇ ਵਿੱਚ ਹਾਜ਼ਰ ਹੈ। ਸੋ ਇਸ ਲਈ ਅਸੀਂ ਕੋਈ ਵੀ ਇਕੱਲਾ ਰਹਿ ਕੇ ਸੋਚੀਏ ਕਿ ਅਸੀਂ ਬਣ ਜਾਵਾਂਗੇ ਬਣ ਨਹੀਂ ਸਕਦੇ। ਖੁਦਾ ਨੇ ਜੇ ਸੰਗਤੀਆਂ ਠਹਿਰਾਈਆਂ ਆ ਤੇ ਉਹਦਾ ਮਤਲਬ ਆ ਕਿ ਉਸ ਸੰਗਤੀ ਵਿੱਚ ਜੇਕਰ ਕੋਈ ਬਚ ਗਿਆ ਹੈ ਕੋਈ ਤੌਬਾ ਕੀਤਾ ਹੈ ਪਵਿੱਤਰ ਆਤਮਾ ਪਾਇਆ ਹੈ ਤੇ ਉਹਨੂੰ ਬਣਦਾ ਆ ਕਿ ਜਿੱਥੇ ਉਹਦਾ ਦਾਸ ਉਹਦੀ ਰੇਂਜ ਵਿੱਚ ਹੈ ਉਹ ਕੀ ਕਰਨਾ ਉੱਥੇ ਜਾ ਕੇ ਸੰਗਤੀ ਕਰਨਾ। ਜੇ ਸੱਚੀ ਮੁੱਚੀ ਸਹੀ ਤੌਬਾ ਹੋਈ ਆ ਤਾਂ ਜੇ ਸੱਚੀ ਮੁੱਚੀ ਉਹਨਾਂ ਦੇ ਅੰਦਰ ਪਵਿੱਤਰ ਆਤਮਾ ਹੈ ਤਾਂ ਉਹ ਇਸੇ ਗੱਲ ਲਈ ਕਾਇਲ ਕਰੂਗਾ ਕਿੱਥੇ ਦਾਸ ਰੱਖਿਆ ਹੈ। ਹਾਲੇਲੂਇਆ। ਇਸੇ ਦੇ ਵਚਨ ਚ ਪ੍ਰਕਾਸ਼ਿਤ ਵਾਕਿਆ ਚ ਬਾਰ-ਬਾਰ ਲਿਖਿਆ ਆ ਫਲਾਨੀ ਕਲੀਸਿਆ ਦੇ ਦੂਤ ਨੂੰ ਲਿਖ ਫਲਾਨੀ ਕਲੀਸਿਆ ਦੇ ਦੂਤ ਨੂੰ ਲਿਖ। ਨਾ ਦੂਤ ਨੂੰ ਕਿਉਂ ਲਿਖ है ना मतलब कहता उस जगह का जो सेवक या दास है दास मीन दूत। सो ਉਹਨੂੰ ਲਿਖ ਕੇ ਆ ਗੱਲ ਕਲੀਸਿਆ ਵਿੱਚ ਦਿਖੀ ਜਾ ਰਹੀ ਹੈ ਤੇ ਆ ਗੱਲ ਕਲੀਸਿਆ ਵਿੱਚ ਨਹੀਂ ਦਿਖੀ ਜਾ ਰਹੀ ਤੇ ਆ ਉਹਨਾਂ ਦੇ ਨਾਲ ਜੇ ਇਸ ਪ੍ਰਕਾਰ ਆਪਣੇ ਆਪ ਨੂੰ ਨਹੀਂ ਸੈੱਟ ਕਰਦੇ ਤੇ ਫਿਰ ਗਾਂ ਜਾ ਕੇ ਉਹਨਾਂ ਦਾ ਜਿਹੜਾ ਸ਼ਮਾਦਾਨ ਹੈ ਉਹ ਹਟਾਇਆ ਜਾ ਸਕਦਾ ਹੈ। ਹਾਲੇਲੂਇਆ। ਸੋ ਇਸ ਲਈ ਸ਼ੁਰੂ ਦੀ ਕਲੀਸਿਆ ਵਿੱਚੋਂ ਹੀ ਅਸੀਂ ਲੈ ਲੈਂਦੇ ਹਾਂ ਹੋਰ ਕੋਈ ਕਲੀਸਿਆ ਆਪਾਂ ਦੇਖਦੇ ਨਹੀਂ। ਸੰਤਾਂ ਦੁਆਰਾ ਸਥਾਪਿਤ ਰਸੂਲਾਂ ਦੁਆਰਾ ਸਥਾਪਿਤ ਕਲੀਸਿਆ ਦੇ ਵਿੱਚ ਵੀ ਇਹ ਖੂਬੀ ਸੀ ਕਿ ਜਿੱਧਰ ਉਹਨਾਂ ਦੇ ਦਾਸ ਹੁੰਦੇ ਸੀ ਉੱਥੇ ਝੁੰਡ ਹੁੰਦਾ ਸੀ। ਹਾਲੇਲੂਇਆ। ਉਹ ਦਾਸ ਦਾ ਪਿੱਛਾ ਛੱਡਦੇ ਨਹੀਂ ਸੀ। ਹਾਲੇਲੂਇਆ। ਸੋ ਕਲੀਸਿਆ ਦੀ ਇੱਕ ਖੂਬੀ ਸੀ ਇਹਦਾ ਮਤਲਬ ਉਹ ਜਿਹੜੇ ਬਚੇ ਹੋਏ ਸੀ ਸੱਚੀ ਮੁੱਚੀ ਅਸਲੀ ਬਚੇ ਹੋਏ ਉਹ ਪ੍ਰਮਾਣਿਤ ਕਰ ਰਹੇ ਸੀਗੇ ਅਸੀਂ ਬਚ ਗਏ ਹਾਂ। ਉਹ ਪ੍ਰਮਾਣਿਤ ਕਰ ਰਹੇ ਸੀਗੇ ਕਿ ਅਸੀਂ ਉਹਦੇ ਲੋਕਾਂ ਦੇ ਵਿੱਚ ਸ਼ਾਮਲ ਹੋ ਗਏ ਅਸੀਂ ਪਰਮੇਸ਼ਰ ਦੇ ਘਰਾਣੇ ਦੇ ਬਣ ਗਏ ਹਾਂ। ਇਸ ਲਈ ਉਹਨਾਂ ਨੇ ਇਹ ਗੱਲਾਂ ਨੂੰ ਕੀ ਕੀਤਾ ਆਪਣੇ ਵਿੱਚ ਇੱਧਰ ਆ ਜਾਓ ਇੱਧਰ ਸੋਫੇ ਤੇ ਬਹਿ ਜਾਓ ਇੱਧਰ ਚੱਲ ਜਾਓ। ਸੋ ਉਹ ਕਰਦੇ ਰਹੇ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਜਦੋਂ ਸਾਡੇ ਕੋਲ ਦਾਸ ਹੈ ਦਾਸਾਂ ਦਾ ਇੰਤਜ਼ਾਮ ਹੈਗਾ ਆ ਤੇ ਅਸੀਂ ਦੇਖੀਏ ਜੇ ਸਾਡੀ ਰੇਂਜ ਵਿੱਚ ਹੈ ਤੇ ਅਸੀਂ ਉਸ ਜਗ੍ਹਾ ਤੇ ਇਕੱਠੇ ਹੋਈਏ। कोई भी अपना मन कठोर ना करे कोई भी अपने घर की समस्या मोरे ना रखे कोई भी अपने परिवार की जोर जबरी मोरे ना रखे। हालेलुया। ये सच्ची उन्हें निजात पाउणी आ ते एक कलेश काल दे विचों की करना पैना उन्होंने गुजरना पैना। हालेलुया। हालेलुया। क्योंकि कलेश है साडे बहुत कलेश उठा के असीं उहदे राज विच की करना है प्रवेश करना
ਹਨਾ। ਕਲੇਸ਼ ਕਈ ਪ੍ਰਕਾਰ ਦੇ ਹੋ ਸਕਦੇ ਆ, ਅਸੀਂ ਉਹਨਾਂ ਦੇ ਵਿੱਚ ਕਲੇਸ਼ਾਂ ਦੇ ਵਿੱਚ ਹਾਰਨਾ ਨਹੀਂ, ਹਿੰਮਤ ਨਹੀਂ ਹਾਰਨੀ, ਅਸੀਂ ਕਰਨਾ ਆ ਇਕੱਠੇ ਹੋਣਾ ਹੈ ਤੇ ਇਕੱਠੇ ਹੋ ਕੇ ਖੁਦਾ ਨੇ ਬਣਾਉਂਦੇ ਜਾਣਾ ਹੈ। ਹਾਲੇਲੂਇਆ। ਅੱਜ ਇੱਕ ਵਚਨ ਹੋਰ, मेरा ख्याल पहला तस्वीर 5:8 पढ़े इफिसियों ਦੀ 4:2 ठीक। इफिसियों 4:2 दोबारा पढ़ लो, आप हिंट लिख लिया, ऊपर बैठ जाओ। अर्थात सारी दीनता और नम्रता सहित और धीरज धरकर प्रेम से एक दूसरे की सह लो। प्रेम दे नाल एक दूसरे दी की कर लो, सह लो। हालेलुया। सहन दे नाल पिछे 3 सपोर्टा लाइया, कितनी सपोर्टा है? 3 सपोर्टा है। हालेलुया। और वो चीज नू जे असी रख के सहने आ तो फिर असीं कह सकते कि असीं सह रहे हैं। प्रेम दे नाल एक दूसरे दी की कर लैनी आ, या आप इदा कह सकते प्रेम दे नाल एक दूसरे दी सह लो, या प्रेम दे कारण एक दूसरे दी की कर लो, सह लो। हालेलुया। मतलब एक दूसरे दी सह लो जे शब्द आया ते ये गल सानू ये दिखाउंदा है कि लगदा गल हुण इदां दी होण वाली है जिहड़ी सह होनी नहीं। क्योंकि आप की कहने कलीसिया उत्थे भी की कहंदी साडे कोल नहीं सह हुंदा, ਤੇ ਉਹਨਾਂ ਨੇ ਕੀ ਕਿਹਾ ਸੀਗਾ? ਇੱਕ ਦੂਸਰੇ ਦੀ ਸਹਿ ਲਓ। ਹਾਲੇਲੂਇਆ। ਹਾਲੇਲੂਇਆ। ਜਿਹੜੀ ਆਪਣੇ ਕੋ ਸਹਿ ਹੋਏਗੀ ਉਹ ਤਾਂ ਸਹਿ ਹੀ ਹੋ ਜਾਂਦੀ ਆ, ਪਰ ਜਿਹੜੀ ਨਹੀਂ ਸਹਿ ਹੁੰਦੀ ਉਹ ਕਾਹਦੇ ਨਾਲ ਸਹਿ ਹੋਣੀ ਆ? ਈਸ਼ਵਰੀਏ ਪ੍ਰੇਮ ਨਾਲ। ਜੇ ਈਸ਼ਵਰੀਏ ਪ੍ਰੇਮ ਹੈ ਤੇ ਹਰ ਗੱਲ ਨੂੰ ਕੀ ਕਰ ਲਵਾਂਗੇ? ਸਹਿ ਲਾਂਗੇ। ਹੁਣ ਦਾੜੀ ਪੁੱਟੀ ਜਾਣੀ ਸਹਿ ਲਈ ਆ, ਪਰ ਗੰਦਾ ਥੁੱਕ ਜਦੋਂ ਮੂੰਹ ਤੋਂ ਸੁੱਟਿਆ ਗਿਆ ਉਹ ਸਹਿਣ ਤੋਂ ਕੀ ਆ? ਬਾਹਰ। ਹੈ ਪਰ ਕੀ ਕਰ ਰਿਹਾ ਹੈ? ਸਹਿ ਰਿਹਾ। ਹਾਲੇਲੂਇਆ। ਹਾਲੇਲੂਇਆ। ਸੋ ਅਸੀਂ ਸਹਿਣਾ ਕਿਤੇ ਇੱਕ ਦੂਸਰੇ ਤੋਂ ਨਹੀਂ ਸਿੱਖਣਾ, ਸਾਡੇ ਸਹਿਣ ਲਈ ਇੱਕ ਰੱਖਿਆ ਹੋਇਆ ਆ, ਉਹ ਹੈਗਾ ਯਿਸੂ ਮਸੀਹ। ਯਿਸੂ ਮਸੀਹ ਵੱਲ ਦੇਖ ਕੇ ਅਸੀਂ ਜਦੋਂ ਸਹਿਣ ਦਾ ਮਨ ਬਣਾਵਾਂਗੇ ਤੇ ਫੇਰ ਸਹਿ ਸਕਾਂਗੇ। ਜੇ ਤੁਸੀਂ ਕਹੋ ਨਾ ਮੇਰੇ ਵੱਲ ਦੇਖ ਕੇ ਕੋਈ ਸਹਿ ਲਵੇ ਤੇ ਕਈ ਥਾਵਾਂ ਤੇ ਮੇਰੇ ਕੋਲ ਵੀ ਸਹਿ ਹੁੰਦਾ ਨਹੀਂ, ਤੇ ਕਿਹਦੇ ਵੱਲ ਦੇਖਣਾ ਪੈਣਾ? ਯਿਸੂ ਮਸੀਹ ਦੀ ਤਰਫ, ਯਿਸੂ ਮਸੀਹ ਵੱਲ। ਹਾਲੇਲੂਇਆ। ਹਾਲੇਲੂਇਆ। ਸੋ ਕਿੱਦਾਂ ਆ? ਸ਼ੁਰੂ ਤੋਂ ਆ ਜਾਓ। हाँ। अर्थात सारी दीनता, कितनी दीनता? सारी दीनता एक दूसरे दी सह लो, है ना। कादी नाल भला? सारी दीनता। हाँ। और नम्रता सहित, नाले दीनता ते नाले कादे नाल आ? नम्रता सहित। हाँ। और धीरज धरकर प्रेम, दीनता, नम्रता और धीरज रखदे हुए की करना है? सहना है। हाँ। प्रेम से एक दूसरे की सह लो। हाँ, प्रेम नाल एक दूजे दी की कर लो, सह लो। हालेलुया। सो इस अनुभव दे विचों आपां तकरीबन की हो जाने आ? फेल हो रहे हैं। और इहदे विचों की होना है? पास होना। हालेलुया। क्योंकि पास हो के ही असी अगे अगलियां क्लासां विच पहुंचना है। आ जाओ। इफिसियों 5 की 2 आयत भी देख लो। इफिसियों की पत्री 5 अध्याय और 2 आयत। और प्रेम में चलो जैसे मसीह ने भी तुमसे प्रेम किया और हमारे लिए अपने आप को सुखदायक सुगंध के लिए परमेश्वर के आगे भेंट करके बलिदान कर दिया। हाँ, दसो हर थां ते जिन्नियां भी आपां इत्थां पढ़ के आए, हर थां ते प्रेम दे नाल नाल एक कंडीशन भी की गई है, भला रखी गई। उदा नहीं कहा गया एक गल नूं, है ना। प्रेम दे नाल एक कंडीशन रख दी गई है कि साडे लई जिहड़ा प्रकाशन निकल के आउणा है उस कंडीशन चों निकलना। सानू जो जिम्मेदारी का एहसास होना है वो किहड़ी चीज नूं समझ के आउणा, उस कंडीशन नूं जेकर आपां समझ गए तां इत्थे आओ दोबारा। और प्रेम में चलो, प्रेम दे विच चलो। की करो भला? हुण इत्थे प्रेम दे विच ਚੱਲਣ ਲਈ ਕਿਹਾ ਗਿਆ।
ਹਾਲੇਲੂਇਆ। ਇਹਦਾ ਮਤਲਬ ਜਿਹੜਾ ਚੱਲਣਾ ਆ ਇਹ ਵੀ ਪ੍ਰੇਮ ਦਾ ਜਿਹੜਾ ਵਜੂਦ ਆ, ਇੱਕ ਪ੍ਰੇਮ ਦਾ ਇੱਕ ਵਜੂਦ ਆ ਨਾ, ਜਿੱਦਾਂ ਮੇਰਾ ਆ ਵਜੂਦ ਆ, ਇੱਕ ਮੇਰੇ ਚ ਕਿਹੜਾ ਵਜੂਦ ਆ? ਪ੍ਰੇਮ ਦਾ ਢਾਂਚਾ। ਹਾਲੇਲੂਇਆ। ਕਈ ਵਾਰ ਸਾਡਾ ਵਜੂਦ ਹੀ ਸਾਡੀ ਪਹਿਚਾਣ ਹੋ ਜਾਂਦਾ। ਹਾਲੇਲੂਇਆ। ਉਸ ਵਜੂਦ ਤੋਂ ਹੀ ਆਪਾਂ ਨੂੰ ਯਾਰ ਉਹ ਬੰਦਾ ਬੜਾ ਪ੍ਰੇਮੀ ਹੈ, ਕਹਿੰਦੇ ਕਿ ਨਹੀਂ? ਉਹ ਬੜਾ ਨਫ਼ਰਤਖੋਰ ਹੈ। ਹਾਲੇਲੂਇਆ। ਤੇ ਕਈਆਂ ਨੂੰ ਆਪਾਂ ਘੋੜੇ ਦੇ ਮੂੰਹ ਵਾਲਾ ਵੀ ਕਹਿ ਦਿੰਦਾ। ਹਾਲੇਲੂਇਆ। ਹਾਲੇਲੂਇਆ। ਗਧਾ ਜਿਹਾ ਵੀ ਕਹਿ ਦਿੰਦਾ। ਸੋ ਜੋ ਯਾਨੀ ਕਿ ਉਹਦੇ ਚੋਂ ਇੱਕ ਵਜੂਦ ਨਿਕਲਦਾ, ਉਹਦੇ ਸੁਭਾਅ ਨਿਕਲਦਾ ਆ, ਸੁਭਾਅ ਹੀ ਉਹਦੀ ਪਰਸਨੈਲਿਟੀ ਬਣ ਜਾਂਦਾ ਔਰ ਉਹਦਾ ਸਿਸਟਮ ਬਣ ਜਾਂਦਾ, ਉਹਦਾ ਢਾਂਚਾ ਬਣ ਜਾਂਦਾ। ਹੁਣ ਇੱਥੇ ਇੱਕ ਚਾਲ ਆ, ਪ੍ਰੇਮ ਜਿਹੜਾ ਨਾ, ਜਿਹੜਾ ਪ੍ਰੇਮ ਆ ਉਹ ਚੱਲਦਾ ਵੀ ਆ। ਹਾਲੇਲੂਇਆ। ਕੀ ਕਰਦਾ ਆ? ਪ੍ਰੇਮ ਚੱਲਦਾ ਵੀ ਆ। ਜਿੱਦਾਂ ਨਫ਼ਰਤ ਚੱਲਦੀ ਆ ਨਾ, ਆਪਣਾ ਪ੍ਰੇਮ ਚੱਲਦਾ ਪਹੁੰਚ ਜਾਂਦਾ ਨਾ। ਜੇ ਅਸੀਂ ਪ੍ਰੇਮ 'ਚ ਚੱਲਾਂਗੇ ਤੇ ਪ੍ਰੇਮ ਨੇ ਪਹੁੰਚਣਾ ਨਾ। ਜਿੱਥੇ ਪ੍ਰੇਮ 'ਚ ਚਾਲ ਚੱਲਾਂਗੇ ਤੇ ਆਸੇ-ਪਾਸੇ ਦੇਖ ਲੈਣੇ ਪ੍ਰੇਮੀ ਗਿਆ ਵੀ। ਹਾਲੇਲੂਇਆ। ਜੋ ਲੈ ਕੇ ਗਏ ਹਾਂ, ਪ੍ਰੇਮ ਲੈ ਕੇ ਗਏ ਤੇ ਕੋ ਕਹਿਣਗੇ ਪ੍ਰੇਮੀ ਗਿਆ ਹੈ। ਹਾਲੇਲੂਇਆ। ਸੋ ਪ੍ਰੇਮ ਦੇ ਨਾਲ ਚੱਲਣਾ ਹੈ। ਤੇ ਪ੍ਰੇਮ ਦੇ ਨਾਲ ਚੱਲਣਾ ਹੈ ਤੇ ਕਿੱਦਾਂ ਹੈ? जैसे मसीह ने भी तुमसे प्रेम किया। ਪ੍ਰੇਮ ਨਾਲ ਚੱਲੋ ਤੇ ਉਹ ਸਮਝਾਉਣ ਦੇ ਲਈ, ਚਾਲ ਸਮਝਾਉਣ ਲਈ ਕੀ ਕਿਹਾ ਹੈ? ਜਿੱਦਾਂ ਮਸੀਹ ਨੇ ਵੀ ਤੁਹਾਡੇ ਨਾਲ ਕੀ ਕੀਤਾ? प्रेम प्रेम किया। किया। ਪ੍ਰੇਮ ਕੀਤਾ। ਹਾਲੇਲੂਇਆ। ਕਿੱਦਾਂ ਚੱਲਣਾ ਪ੍ਰੇਮ ਦੇ ਵਿੱਚ? ਜਿੱਦਾਂ ਮਸੀਹ ਨੇ ਸਾਡੇ ਨਾਲ ਪ੍ਰੇਮ ਕੀਤਾ। ਜਦੋਂ ਸਾਡੇ ਨਾਲ ਮਸੀਹ ਨੇ ਪ੍ਰੇਮ ਕੀਤਾ, ਸ਼ਬਦ ਕਿਹਾ ਗਿਆ ਹੈ, ਤੇ ਇਹਦਾ ਮਤਲਬ ਆ ਅਸੀਂ ਉਹਦੇ ਪ੍ਰੇਮ ਦੇ ਲਾਇਕ ਹੈਗੇ ਨਹੀਂ। ਅਸੀਂ ਸਾਡੇ ਨਾਲ ਕੀਤਾ ਹੈ, ਤੇ ਜੇ ਸਾਡੇ ਨਾਲ ਕੀਤਾ ਆ ਤੇ ਸਾਨੂੰ ਦੂਸਰੇ ਨਾਲ ਕਰਨ ਚ ਹਰਜ ਕੀ ਆ? ਯਿਸੂ ਮਸੀਹ ਨੇ ਸਾਨੂੰ ਤੁੱਛ ਜਾਣਿਆ ਨਹੀਂ, ਕਹਿਣ ਦਾ ਮਤਲਬ ਇਹ ਸਵਰਗੀ ਆ। ਹਾਲੇਲੂਇਆ। ਈਸ਼ਵਰੀ ਸੁਭਾਅ ਵਿੱਚ ਪਾਇਆ ਜਾਂਦਾ, ਮਨੁੱਖੀ ਸੁਭਾਅ ਵਿੱਚ ਸਿੱਧ ਆ, ਪਰ ਫਿਰ ਵੀ ਉਹਨੇ ਸਾਨੂੰ ਜਿਹੜੇ ਅਸਿੱਧ ਸੀਗੇ ਉਹਨਾਂ ਨੂੰ ਤੁੱਛ ਜਾਣਿਆ, ਤੁੱਛ ਨਹੀਂ ਜਾਣਿਆ। ਸਾਡੇ ਨਾਲ ਕੀ ਕੀਤਾ ਉਹਨੇ? ਪ੍ਰੇਮ ਕੀਤਾ। ਕਹਿੰਦਾ ਪ੍ਰੇਮ 'ਚ ਚੱਲੋ ਜਿੱਦਾਂ ਮਸੀਹ ਨੇ ਸਾਡੇ ਨਾਲ ਪ੍ਰੇਮ ਕੀਤਾ ਤੇ ਕਰਕੇ और हमारे लिए हाँ। अपने आप को सुखदायक सुगंध के लिए। ਹਾਂ ਇਹ ਇੱਥੇ ਰੱਖੋ। ਉਹ ਪ੍ਰੇਮ ਕੀਤਾ ਨਾ ਜਿੱਦਾਂ ਮਸੀਹ ਨੇ, ਤੇ ਉਹਨੇ ਕੀ ਕਰਤਾ ਸਾਡੇ ਲਈ? ਆਪਣੇ ਆਪ ਨੂੰ ਸੁਖਦਾਇਕ ਸੁਗੰਧ ਦੀ ਤਰ੍ਹਾਂ परमेश्वर के आगे भेंट करके ਹਾਂ बलिदान कर दिया। ਬਲੀਦਾਨ ਕਰ। हालेलुया। ਹਾਲੇਲੂਇਆ। ਸੁਖਦਾਇਕ ਸੁਗੰਧੀ ਦੀ ਤਰ੍ਹਾਂ ਪਿਤਾ ਦੇ ਅੱਗੇ ਉਹਨੇ ਕੀ ਕਰਤਾ ਆ? ਆਪਣੇ ਆਪ ਨੂੰ ਬਲੀਦਾਨ ਕਰਤਾ। ਸੋ ਸਾਡਾ ਪ੍ਰੇਮ ਜਿਹੜਾ ਨਾ, ਇਹ ਇੱਕ ਖੁਸ਼ਬੂ ਛੱਡਦਾ ਜਾਣਾ ਚਾਹੀਦਾ। ਹਾਲੇਲੂਇਆ। ਪ੍ਰੇਮ ਖੁਸ਼ਬੂ ਵਾਲਾ ਹੋਣਾ ਚਾਹੀਦਾ ਹੈ। ਇਸੇ ਲਈ ਜਿਹੜੀਆਂ ਚੀਜ਼ਾਂ ਸਾਡੇ ਪ੍ਰੇਮ ਦੇ ਵਿੱਚ ਕੁਝ ਕੜਤਣ ਪੈਦਾ ਕਰਦੀਆਂ ਆ, ਪ੍ਰੇਮ ਦੇ ਵਿੱਚ ਗੜਬੜ ਪੈਦਾ ਕਰਦੀਆਂ, ਪ੍ਰੇਮ 'ਚ ਬਦਬੂ ਭਰਦੀਆਂ ਆ, ਉਹਨਾਂ ਚੀਜ਼ਾਂ ਨੂੰ ਆਪਾਂ ਕੀ ਕਰਦੇ ਜਾਣਾ ਹੈ? ਕੱਢਦੇ ਜਾਣਾ ਆ। ਹਾਲੇਲੂਇਆ। ਕਿਉਂਕਿ ਜੇ ਇਸ ਨੀਲੇ ਰੰਗ 'ਚ ਪਿਓਰ ਨੀਲਾ ਰੰਗ, ਜੈਸਾ ਨੀਲਾ ਰੰਗ ਉਹਦੇ 'ਚ ਦੱਸਿਆ ਗਿਆ ਉਹੋ ਹੀ ਨੀਲਾ ਰੰਗ, ਕਿਉਂਕਿ ਨੀਲੇ ਰੰਗ ਦੇ ਵੀ ਕਈ ਪ੍ਰਕਾਰ ਆ ਨਾ। ਹਾਲੇਲੂਇਆ। ਜੈਸਾ ਉੱਥੇ ਨੀਲਾ ਰੰਗ ਇਸਤੇਮਾਲ ਹੋਇਆ, ਉਸ ਟਾਈਪ ਦਾ ਨੀਲਾ ਰੰਗ, ਤੇ ਦਾਗਾਂ ਤੋਂ ਬਗੈਰ ਨੀਲਾ ਰੰਗ। ਹਾਲੇਲੂਇਆ। ਤੇ ਸੁਰਾਖਾਂ ਤੋਂ ਬਗੈਰ ਨੀਲਾ ਰੰਗ। ਹਾਲੇਲੂਇਆ। ਤੇ ਉਹ ਕਰਨਾ ਆ। ਤੇ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਦੁਨਿਆਵੀ ਪ੍ਰੇਮ ਵਾਲੀਆਂ, ਸਵਾਰਥੀ ਪ੍ਰੇਮ ਵਾਲੀਆਂ, ਮਤਲਬੀ ਪ੍ਰੇਮ ਵਾਲੀਆਂ ਆ, ਉਹ ਆਪਣੇ ਆਪ ਚੋਂ ਕੀ ਕਰਦੇ ਜਾਣਾ ਆ? ਕੱਢਦੇ ਜਾਣਾ। ਈਸ਼ਵਰੀ ਪ੍ਰੇਮ ਦੇ ਨਾਲ ਅਸੀਂ ਭਰਦੇ ਜਾਣਾ ਆ, ਤੇ ਈਸ਼ਵਰੀ ਪ੍ਰੇਮ ਦੇ ਪ੍ਰੈਸ਼ਰ ਨੇ ਹੀ ਜਿਹੜਾ ਮਤਲਬੀ ਪ੍ਰੇਮ ਆ ਉਹਨੂੰ ਕੱਢਣਾ ਜੀ। ਕਿਉਂਕਿ ਮਤਲਬੀ ਪ੍ਰੇਮ ਦੁਰਗੰਧ ਵਾਲਾ ਪ੍ਰੇਮ ਆ, ਈਸ਼ਵਰੀ ਪ੍ਰੇਮ ਸੁਗੰਧ ਵਾਲਾ ਪ੍ਰੇਮ ਹੈ। ਹਾਲੇਲੂਇਆ। ਪਹਿਲਾਂ ਇਸ ਢਾਂਚੇ ਵਿੱਚ ਸਾਡੇ ਵਿੱਚ ਕਿਹੜਾ ਪ੍ਰੇਮ ਚੱਲ ਰਿਹਾ ਸੀਗਾ? ਸਵਾਰਥੀ ਪ੍ਰੇਮ, ਦੁਨਿਆਵੀ ਪ੍ਰੇਮ, ਦੁਨੀਆਦਾਰੀ ਦਾ ਪ੍ਰੇਮ, ਮਤਲਬੀ ਪ੍ਰੇਮ, ਕਪਟੀ ਪ੍ਰੇਮ। ਹਾਲੇਲੂਇਆ। ਪਰ ਹੁਣ ਸਾਡੇ ਵਿੱਚ ਜਿਹੜਾ ਪਵਿੱਤਰ ਆਤਮਾ ਦੇ ਦੁਆਰਾ ਡੋਲ ਦਿੱਤਾ ਗਿਆ ਹੈ, ਡੋਲਿਆ ਗਿਆ ਆ। ਹਾਲੇਲੂਇਆ। ਤੇ ਇਹਦਾ ਮਤਲਬ ਆ ਉਹ ਜਿਹੜਾ ਡੋਲਿਆ ਗਿਆ ਹੈ ਉਹ ਸਾਡੇ ਵਿੱਚ ਅਸਲ ਦੇ ਵਿੱਚ ਉਹ ਅਸੀਮਤ ਆ। ਉਹ ਸੀਮਤ ਨਹੀਂ। ਤੇ ਉਹ ਅਸੀਮਤ ਨੂੰ ਅਸੀਂ ਆਪਣੇ ਅੰਦਰ ਅਗਰ ਲਗਾਤਾਰ ਉਹਦੀ ਰੇਂਜ ਵਿੱਚ ਬਣੇ ਰਵਾਂਗੇ
ਤੇ ਜਿਹੜਾ ਸੀਮਤ ਆ ਸਾਡੇ 'ਚ ਉਹ ਕੀ ਹੁੰਦਾ ਜਾਊਗਾ, असीमत। ਹਨਾ, ਉਹ ਖਤਮ ਹੁੰਦਾ ਜਾਊਗਾ। ਅਸੀਮਤ ਸਾਡੇ ਵਿੱਚ ਕੀ ਹੁੰਦਾ ਜਾਊਗਾ, ਪ੍ਰਵੇਸ਼ ਕਰਦਾ ਜਾਊਗਾ। ਹਾਲੇਲੂਇਆ। ਸੋ ਇਹਦੇ 'ਚ ਕੰਡੀਸ਼ਨ ਹੋਰ ਕਿਹੜੀ ਸਮਝੇ ਆਪਾਂ, ਪ੍ਰੇਮ ਵਿੱਚ ਚੱਲਣਾ ਆ ਤੇ ਕਿੱਦਾਂ ਚੱਲਣਾ ਆ, ਜਿੱਦਾਂ ਮਸੀਹ। ਹਾਲੇਲੂਇਆ। ਮਸੀਹ ਨੇ ਸਾਡੇ ਨਾਲ ਕੀ ਕੀਤਾ ਆ, ਪ੍ਰੇਮ ਕੀਤਾ ਤੇ ਇੱਕ ਸੁਗੰਧ ਦੀ ਤਰ੍ਹਾਂ ਪਿਤਾ ਦੇ ਕੋਲ। ਜੇ ਸਾਡੇ ਨਾਲ ਉਹ ਪ੍ਰੇਮ ਨਾ ਕਰਦਾ, ਚਾਹੇ ਉਹ ਈਸ਼ਵਰੀ ਸੁਭਾਅ ਦਾ ਸੀ, ਚਾਹੇ ਉਹ ਮਨੁੱਖੀ ਸੁਭਾਅ ਦੇ ਵਿੱਚ ਸਿੱਧ ਸੀਗਾ ਮਨੁੱਖਾਂ ਵਿੱਚ, ਜੇ ਸਾਡੇ ਨਾਲ ਪ੍ਰੇਮ ਨਾ ਕਰਦਾ, ਪਿਤਾ ਦੇ ਅੱਗੇ ਸੁਗੰਧੀ ਦੀ ਤਰ੍ਹਾਂ ਪਹੁੰਚ ਸਕਦਾ ਸੀ? ਆਇਆ ਗੱਲ। ਹਾਲੇਲੂਇਆ। ਸਮਝ ਮੇਰੀ ਗੱਲ ਕਿਹਨੂੰ ਆ ਰਹੀ, ਦੱਸੋ ਸਮਝ ਕਿਹਨੂੰ? ਹਾਲੇਲੂਇਆ। ਸੋ ਮਤਲਬ ਕਹਿਣ ਦਾ ਹੈ, ਜੇ ਉਹ ਸਾਡੇ ਨਾਲ ਪ੍ਰੇਮ ਨਾ ਕਰਦਾ, ਜੇ ਸਾਡੇ ਨਾਲ ਪ੍ਰੇਮ ਕਿਸੇ ਸੀਮਾ ਤੱਕ ਕਰਦਾ, ਹਨਾ, ਜੇ ਸਾਡੇ ਨਾਲ ਦੇਖਦਾ ਵੀ ਆਹ ਬੰਦਾ ਥੋੜਾ ਠੀਕ ਆ ਵੀ, ਹਨਾ, ਤੇ ਇਹਦੇ ਨਾਲ ਆਪਾਂ ਕਰ ਲੈਂਦੇ, ਤੇ ਆਹ ਜਿਹੜਾ ਹੈ ਇਹਦੇ ਨਾਲ ਰਹਿਣ ਦਿੰਦੇ ਆ। ਕਿਉਂਕਿ ਯਿਸੂ ਕੋਈ ਇਦਾਂ ਦੇ ਆਏ, ਬਹੁਤ ਕਪਟੀ ਵੀ ਆਏ, ਪ੍ਰੇਮ ਉਹਨਾਂ ਨਾਲ ਵੀ ਕੀਤਾ। ਤੇ ਇੱਕ ਨੂੰ ਯਿਸੂ ਮਸੀਹ ਨੇ ਆਪ ਹੀ ਕਿਹਾ ਸੀ, ਇਹ ਆ ਸੱਚਾ ਇਸਰਾਏਲੀ, ਅੰਦਰਿਆਸ ਨੂੰ, ਮੇਰਾ ਖਿਆਲ। ਹਾਲੇਲੂਇਆ। ਉਹਨੂੰ ਕਿਹਾ ਵੀ ਇਹ ਕੌਣ ਆ, ਸੱਚਾ ਇਸਰਾਏਲੀ ਆ, ਜਿਹਦੇ ਵਿੱਚ ਕੋਈ ਕਪਟ ਨਹੀਂ। ਯਾਨੀ ਕਿ ਉਹਦੇ ਨਾਲ ਵੀ ਪ੍ਰੇਮ ਕੀਤਾ ਹੈ, ਤੇ ਜਿਹੜੇ ਕਪਟ ਵਾਲੇ ਸੀਗੇ ਉਹਦੇ ਨਾਲ ਵੀ ਪ੍ਰੇਮ ਕੀਤਾ। ਹਰ ਵੈਰਾਈਟੀ ਦੀਆਂ 12 ਵੈਰਾਈਟੀਆਂ ਸੀਗੀਆਂ ਯਿਸੂ ਮਸੀਹ ਕੋ। ਕਿੰਨੀਆਂ? 12 ਵੈਰਾਈਟੀਆਂ। 12 ਵੈਰਾਈਟੀਆਂ ਜਿਹੜੀਆਂ 12 ਚੇਲੇ ਸੀਗੇ, 12 ਸੁਭਾਅ ਸੀਗੇ। ਹਾਲੇਲੂਇਆ। ਕਲੀਸਿਆ ਵਿੱਚ ਵੀ ਇਹ 12 ਸੁਭਾਅ ਦੇ ਲੋਕ ਐਡ ਆ ਹਰ ਟਾਈਮ। ਕਿੰਨੇ ਸੁਭਾਅ ਦੇ? 12 ਸੁਭਾਅ ਦੇ। ਤੇ ਸਾਨੂੰ ਹੁਣ 12 ਸੁਭਾਅ ਨੇ ਇੱਕ ਹੋਣਾ ਹੈ। ਯਿਸੂ ਮਸੀਹ ਉਹਨਾਂ ਨੂੰ ਕੀ ਚਾਹੁੰਦਾ ਸੀ, ਕੀ ਹੋ ਜਾਣੇ ਇਹ? ਇੱਕ ਹੋ ਜਾਣ। ਉਹਨਾਂ ਵਿੱਚ ਉੱਚ ਨੀਚ ਦੀ ਪਾਈ ਜਾਂਦੀ ਸੀ। ਕਈ ਵਾਰੀ ਅਹੁਦਿਆਂ ਦੇ ਲਈ ਉਹਨਾਂ ਦੀਆਂ ਮਾਵਾਂ ਹੀ ਆ ਜਾਂਦੀਆਂ ਸੀ ਵੀ ਇਹਨੂੰ ਸੱਜੇ ਬਿਠਾ ਲਈ, ਇਹਨੂੰ ਖੱਬੇ ਬਿਠਾ ਲਈ। ਹਾਲੇਲੂਇਆ। ਕਈ ਵਾਰ ਆਪਸ ਵਿੱਚ ਉਹਨਾਂ ਦੀ ਯੁੱਧ ਛਿੜ ਜਾਂਦਾ ਸੀ ਵੀ ਮੇਰਾ ਜਾਲਾ ਬਣਦਾ ਵੀ ਹੱਕ, ਹਨਾ, ਅੱਗੇ ਅਹੁਦਾ ਜਿਹੜਾ ਉਹ ਮੈਨੂੰ ਮਿਲਣਾ ਚਾਹੀਦਾ। ਇਦਾਂ ਰਹਿੰਦਾ ਸੀ ਉਹਨਾਂ ਦੇ ਵਿੱਚ। ਤੇ ਯਿਸੂ ਮਸੀਹ ਉੱਥੇ ਕੀ ਚਾਹੁੰਦਾ ਸੀਗਾ, ਉਹ ਸਾਰੇ ਕੀ ਹੋ ਜਾਣ, ਇੱਕ ਹੋ ਜਾਣ। ਹਾਲੇਲੂਇਆ। ਇਸ ਲਈ ਸਾਡੇ ਵਿੱਚ ਵੀ ਇਹ ਜਿਹੜੇ ਸੁਭਾਅ ਪਾਏ ਜਾਂਦੇ ਆ, ਤੇ ਸਾਡੇ ਸਾਰਿਆਂ ਦੇ 12 ਸੁਭਾਅ ਨੇ ਇੱਕੋ ਜਿਹਾ ਪ੍ਰੇਮ ਆਪਣੇ ਵਿੱਚ ਲੈ ਕੇ ਆਉਣਾ। ਕਿੱਦਾਂ? ਹਾਂ, 12 ਸੁਭਾਅ ਦੇ ਲੋਕ ਹੈ ਨਾ, ਤੇ ਬਿਠੇ ਮੰਨ ਲਓ 12 ਜਣੇ ਬੈਠੇ ਆ, ਤੇ 12 ਦਾ ਵੱਖਰਾ ਵੱਖਰਾ ਸਿਸਟਮ ਹੈ। ਇਹਨਾਂ ਵਿੱਚ ਪ੍ਰੇਮ ਕਿੱਦਾਂ ਦਾ ਚੱਲਣਾ ਹੈ? ਇੱਕੋ ਜਿਹਾ। ਹਾਲੇਲੂਇਆ। ਤੇ ਜੇ ਇੱਕੋ ਜਿਹਾ ਪ੍ਰੇਮ ਇਹਨਾਂ ਵਿੱਚ ਆਊਗਾ, ਤੇ ਇੱਕੋ ਜਿਹਾ ਪ੍ਰੇਮ ਕਰਦੇ ਹੋਏ ਇਹ 12 ਦਾ ਆਪਸੀ ਜਿਹੜਾ ਆ ਲਫੜੇਬਾਜ਼ੀਆਂ, ਉਹ ਵੀ ਕੀ ਹੋਣੀਆਂ ਭਲਾ? ਖਤਮ ਹੋਣੀਆਂ। ਹਾਲੇਲੂਇਆ। ਹੈਨਾ, ਜਿਹੜਾ ਵੈਰ ਵਿਰੋਧ ਆ ਉਹ ਵੀ ਕੀ ਹੋਣਾ ਆ? ਖਤਮ ਹੋਣਾ ਆ। ਸੋ ਜੇ ਇਹਨਾਂ ਚੋਂ 12 ਚੋਂ ਖਤਮ ਨਹੀਂ ਹੁੰਦਾ, ਤੇ ਮੰਨ ਲਓ 11 ਜਿਹੜੇ ਘਰ ਬੈਠੇ ਹੋ ਕੰਮ ਨੂੰ, ਤੇ ਇੱਕ ਜਿਹੜਾ ਰਹਿ ਗਿਆ ਆ, ਤੇ ਉਹਦਾ ਪੇਟ ਫਟ ਜਾਣਾ। ਹਾਲੇਲੂਇਆ। ਜਿਹੜਾ ਫਟ ਗਿਆ ਉਹ ਤਾਂ ਸਮਝ ਲਓ ਵੇਸਟ ਹੋ ਗਿਆ। ਉਹ ਚ ਪਿਆਰ ਟਿਕ ਸਕਿਆ ਹੀ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਸਾਨੂੰ ਕਲੀਸਿਆ ਦੇ ਲਈ ਅੱਜ ਪ੍ਰਭੂ ਦਾ ਵਚਨ ਇਹਨਾਂ ਦਿਨਾਂ ਵਿੱਚ ਕੀ ਕਹਿ ਰਿਹਾ ਆ, ਅਸੀਂ ਸਾਰਿਆਂ ਨੇ, ਇੱਕ ਜਣੇ ਨੇ 11 ਦੀ ਸਹਿਣੀ। ਕਿੰਨੇ ਜਣੇ ਨੇ? ਪ੍ਰੇਮ ਨਾਲ ਇੱਕ ਦੂਸਰੇ ਦੀ ਕੀ ਕਰ ਲਓ? ਸਹਿ ਲਓ। ਇੱਕ ਜਣੇ ਨੇ ਕਿੰਨੇ ਜਣੇ ਦੀ ਸਹਿਣੀ ਆ? 11 ਦੀ ਸਹਿਣੀ ਆ। ਮੰਨ ਲਓ ਇਹਨਾਂ ਨੇ 11 ਜਣਿਆਂ ਦੀ ਸਹਿਣੀ ਆ, ਤੇ ਤੁਸੀਂ ਵੀ ਕਿੰਨੇ ਜਣੇ ਦੀ ਸਹਿਣੀ ਵੀ? 11। ਸਾਰਿਆਂ ਨੂੰ ਕਿੰਨੇ ਕਿੰਨੇ ਪੈਂਦੇ? 11 ਪੈਂਦੇ। ਹਾਲੇਲੂਇਆ। ਤੇ ਜਿਹੜਾ ਵਿੱਚ 12ਵਾਂ ਆ, ਫੇਰ ਉਹਦੇ ਵਿੱਚ ਯਿਸੂ ਦਾ ਰੂਪ ਆਉਣਾ ਹੈ। ਫੇਰ ਉਹਦੇ ਚ ਸੁਗੰਧੀ ਜਿਹੜੀ ਆ ਉਹ ਪੈਦਾ ਹੋਣੀ ਆ। ਸੁਗੰਧੀ ਉਹ ਬਣਨੀ ਆ ਜਿਹੜੀ ਪਿਤਾ ਤੱਕ ਪਹੁੰਚੀ। हालेलुया हालेलुया। सो पढ़ो दोबारा। और प्रेम में चलो, हाँ, जैसे मसीह ने भी तुमसे प्रेम किया, हाँ, और हमारे लिए अपने आप को हाँ, सुखदायक सुगंध के लिए हाँ, परमेश्वर के आगे भेंट ਹੁਣ ਆਪਾਂ ਇਸ ਸਮੇਂ ਵਿੱਚ ਆਪਾਂ ਫਿਰ ਕੀ ਕਰੀਏ, ਹਨਾ? ਅਸੀਂ ਯਿਸੂ ਨੂੰ, ਯਿਸੂ ਦੀ ਸੇਵਾ ਨੂੰ, ਯਿਸੂ ਦੇ ਚੇਲਿਆਂ ਨੂੰ, ਹਰੇਕ ਸੇਵਕਾਈ ਦੇ ਪਹਿਲੂ ਨੂੰ ਦੇਖ ਦੇਖ ਕੇ ਆਪਣੇ ਆਪ ਨੂੰ ਠੀਕ ਕਰਨਾ ਹੈ।
ਠੀਕ ਕਿਹਨੂੰ ਕਰਨਾ ਹੈ? ਆਪਣੇ ਆਪ ਨੂੰ ਠੀਕ ਕਰਨਾ। ਸੋ 11 ਜਣਿਆਂ ਦਾ ਉਤਾਰ ਚੜਾ, 11 ਜਣੇ ਦੇ ਵੱਖਰੇ ਵੱਖਰੇ ਨਜ਼ਰੀਏ ਜਿਹੜੇ ਮੇਰੇ ਲਈ ਆ, ਉਹਨਾਂ ਤੋਂ ਮੈਂ ਕੀ ਕਰਨਾ ਆ? ਆਪਣੇ ਆਪ ਨੂੰ ਠੀਕ ਕਰਨਾ ਆ। ਹਾਲੇਲੂਇਆ। ਕਈ ਵਾਰੀ ਮੈਂ 11 ਨੂੰ ਠੀਕ ਕਰਨ ਦੇ ਚੱਕਰ 'ਚ ਪੈ ਜਾਣਾ, ਪ੍ਰੋਗਰਾਮ ਇੱਥੇ ਕਰਾ ਹੋ ਜਾਂਦਾ। ਹਾਲੇਲੂਇਆ। 11 ਨੂੰ ਮੈਂ ਠੀਕ ਕਰਨ ਦੇ ਚੱਕਰ 'ਚ ਪੈ ਜਾਣਾ ਤੇ ਮੈਂ ਵੀ ਕੀ ਹੋ ਜਾਣਾ? 11 ਵਰਗਾ ਹੋ ਜਾਣਾ। ਹਾਲੇਲੂਇਆ। ਇਸ ਲਈ ਇਹ 11 ਦਾ ਪ੍ਰੋਗਰਾਮ ਆ ਰੱਖਿਆ ਕਲੀਸਿਆ ਵਿੱਚ, ਜਿਹਦੇ ਵਿੱਚੋਂ ਦੀ ਇਹ ਆਪਣੇ ਪ੍ਰੇਮ ਨੂੰ ਕੀ ਕਰ ਦੇਣਾ ਹੈ? ਸਿੱਧ ਕਰਨਾ ਹੈ। ਚਾਲ ਚੱਲਣੀ ਆ, ਹਨਾ? ਚਾਲ ਚੱਲਣੀ ਆ। ਪਹਿਲਾਂ ਮੈਂ 1 ਤੱਕ ਪਹੁੰਚਿਆ ਆ ਪ੍ਰੇਮ ਨੂੰ ਲੈ ਕੇ, ਅਗਲੇ ਦਾ ਵਿਰੋਧ ਸਹਿ ਕੇ, ਉਹਦੇ ਵਿੱਚ ਉਹਦਾ ਵਿਰੋਧ ਸਹਿੰਦੇ ਹੋਏ ਮੈਂ ਆਪਣਾ ਪ੍ਰੇਮ ਚ ਪਾਇਆ, ਉਹਦੀ ਨਿੰਦਾ ਸਹਿੰਦੇ ਹੋਏ ਦੂਸਰੇ ਦੀ ਮੈਂ ਆਪਣਾ ਪ੍ਰੇਮ ਉਹਦੇ ਚ ਪਾਇਆ, ਤੀਸਰੇ ਦੀ ਨਫ਼ਰਤ ਸਹਿੰਦੇ ਹੋਏ ਮੈਂ ਆਪਣਾ ਪ੍ਰੇਮ ਉਹਦੇ ਚ ਪਾਇਆ। ਹਾਲੇਲੂਇਆ। ਹਾਲੇਲੂਇਆ। ਸੋ ਏਦਾਂ ਕਰ ਕਰਕੇ ਉਹਨਾਂ ਨੂੰ ਜਦੋਂ ਜਿੱਤਣਾ ਸ਼ੁਰੂ ਕਰਦਾ ਤੇ ਉਹਨਾਂ ਦੇ ਵਿੱਚ ਵੀ ਕੀ ਆ ਜਾਂਦਾ? ਇੱਕ ਸੁਭਾਅ ਆ ਜਾਂਦਾ ਪ੍ਰੇਮ ਵਾਲਾ। ਇਹ ਡਿਊਟੀ ਸਾਡੀ ਹੈਗੀ ਆ ਇਹਨਾਂ ਦਿਨਾਂ ਵਿੱਚ। ਹਾਲੇਲੂਇਆ। ਸੋ ਅੱਜ ਅੱਗੇ ਪੜ੍ਹਦੇ ਆਪਾਂ। ਹਾਂ, ਪ੍ਰੇਮ ਵਿੱਚ ਚੱਲਣਾ ਜਿਵੇਂ ਮਸੀਹ ਨੇ ਵੀ ਸਾਡੇ ਨਾਲ ਪ੍ਰੇਮ ਕੀਤਾ। ਈਸ਼ਵਰੀ ਪ੍ਰੇਮ ਦੀ ਗੱਲ ਕਰ ਰਹੇ ਜੀ। ਕਿਹੜਾ ਪ੍ਰੇਮ ਕਰਨਾ ਆਪਾਂ? ਈਸ਼ਵਰੀ ਪ੍ਰੇਮ ਹੈ ਨਾ। ਕਿਉਂਕਿ ਆਪਾਂ ਜਦੋਂ ਇੱਕ ਦੂਸਰੇ ਨਾਲ ਗਿਲਾ ਸ਼ਿਕਵਾ ਕਰਦੇ ਹਾਂ, ਉੱਥੇ ਸਾਬਤ ਕਰ ਦਿੰਦੇ ਕਿ ਅਸਲ ਵਿੱਚ ਸਾਡਾ ਪ੍ਰੇਮ ਕੀ ਹੈ ਭਲਾ? ਈਸ਼ਵਰੀ ਹੈਗਾ ਨਹੀਂ। ਕਿਉਂਕਿ ਪ੍ਰੇਮ ਜਿਹੜਾ ਨਾ ਉਹ ਕੀ ਕਰ ਦਿੰਦਾ? ਸਹਿ ਲੈਂਦਾ। ਸਹਿ ਲੈਣ ਦਾ ਮਤਲਬ ਆ ਜਿਹੜਾ ਸਹਿੰਦਾ ਹੈ ਨਾ ਉਹ ਕੋਈ ਗਿਲਾ ਕਰਦਾ ਹੀ ਨਹੀਂ। ਉਹ ਕੀ ਹੋ ਜਾਂਦਾ? ਉਹ ਚੁੱਪ ਹੋ ਜਾਂਦਾ ਤੇ ਖੁਦਾ ਦੇ ਅੱਗੇ ਬੇਨਤੀਆਂ ਅਰਦਾਸਾਂ ਕਰਦਾ ਰਹਿੰਦਾ। ਪ੍ਰੇਮ ਕਿਸੇ ਦਾ ਬੁਰਾ ਮਨਾਉਂਦਾ ਨਹੀਂ, ਉਹ ਗਾਂ ਜਾ ਕੇ ਅੱਗੇ ਚੱਲਦੀ ਜੀ। ਸੋ ਇੱਕ ਛੋਟਾ ਜਿਹਾ ਪ੍ਰੇਮ ਹੋਰ ਵੀ ਸਾਨੂੰ ਕਿਹਾ ਗਿਆ ਆ, ਇਹਨੂੰ ਆਪਾਂ ਰਿੜਕਿਆ ਸੀਗਾ ਆਪਣੇ ਲੋਕਡਾਊਨ ਦੇ ਦਰਮਿਆਨ, ਪਰ ਇਹਨੂੰ ਰਿੜਕਾਂਗੇ ਨਹੀਂ, ਉਹਦਾ ਤੁਸੀਂ ਲਿਖ ਲਓ। ਇਫਸੀਓਂ 5 ਦੀ 25 ਤੋਂ 31। ਇਫਸੀਓਂ ਦੀ ਕਿਤਾਬ 5 ਦੇ 25 ਤੋਂ 31। हे पतियों, हाँ, अपनी अपनी पत्नी से प्रेम रखो। की कर लो भाई? अपनी अपनी पत्नी के नाल की कर लो भाई? प्रेम कर लो। ते पत्नियां ना प्रेम करना कोई खाला जी दा वाड़ा? हालेलुया। हालेलुया। क्योंकि पत्नी दा भी जे प्रेम करना तो सारा वैर की करना पैना है? सहना पैना। हालेलुया। ओदे सारे नखरे की करने पैने आ? सहने पैने आ। हालेलुया। सो इसलिए ਪਤਨੀਆਂ ਦੇ ਨਾਲ ਕੀ ਕਰੋ? ਇਹਦਾ ਮਤਲਬ ਪਰਮੇਸ਼ਰ ਕਹਿਣ ਰਿਹਾ ਪਤਨੀਆਂ ਦੇ ਨਾਲ ਪ੍ਰੇਮ ਕਰੋ। ਕਹਿਣ ਦੀ ਲੋੜ ਕੀ ਆ? ਜਦੋਂ ਵਿਆਹ ਕਰਾਤਾ ਤੇ ਪਿਆਰ ਕਰਨ ਲਈ ਕਰਾਇਆ, ਪਰ ਯਿਸੂ ਮਸੀਹ ਤਾਂ ਕਹਿ ਰਿਹਾ ਪਤਨੀਆਂ ਨਾਲ ਪ੍ਰੇਮ ਕਰੋ। ਪ੍ਰਭੂ ਨੂੰ ਪਤਾ ਆ ਇਹ ਜਿਹੜੀ ਮੈਂ ਕੀਤੀ ਆ ਨਾ ਇਹ ਬੜੀ ਵੈੜੀ ਆ। ਹਾਲੇਲੂਇਆ। ਤੇ ਇਹ ਰਸ ਤੇ ਇਹ ਗੱਲਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਦੁਨਿਆਵੀ ਤੌਰ ਤੇ ਵੀ। ਹਾਲੇਲੂਇਆ। ਇਸ ਲਈ ਕਹਿੰਦਾ ਇਹਦੇ ਨਾਲ ਕੀ ਕਰੋ ਬਈ? ਇਹ ਉਦਾਂ ਨਹੀਂ ਸੂਤ ਆਉਣੀ, ਕੀ ਕਰਨਾ ਪੈਣਾ ਹੈ? ਹਾਂਜੀ, ਪ੍ਰੇਮ ਕਰਨਾ ਪੈਣਾ। ਹੁਣ ਤਾਂ ਪ੍ਰੇਮ ਸ਼ਬਦ ਵੀ ਨਹੀਂ ਮੂੰਹ ਚੋਂ ਨਿਕਲਦਾ। ਨਹੀਂ ਬਈ, ਇਹ ਮੈਂ ਨਹੀਂ ਕਹਿੰਦਾ, ਪ੍ਰਭੂ ਯਿਸੂ ਮਸੀਹ ਕਹਿੰਦਾ ਪਤਨੀਆਂ ਦੇ ਨਾਲ ਕੀ ਕਰੋ ਬਈ? ਪ੍ਰੇਮ ਕਰੋ। ਹਾਲੇਲੂਇਆ। ਸੋ ਮੈਂ ਇੱਥੇ ਪ੍ਰੇਮ ਕਰਦਾ ਆਪਣੀ ਪਤਨੀ ਨਾਲ ਸੜਿਆ ਰਹਿਣਾ। ਕਾਰਨ ਕੀ ਆ ਕਿ ਮੈਂ ਕਰਦਾ ਰਹਿਣਾ ਪ੍ਰੇਮ, ਤੇ ਇਹ ਅੱਗੋਂ ਕਰਦੇ ਰਹਿੰਦੇ ਪ੍ਰੋਗਰਾਮ ਦੂਸਰੇ ਹੀ ਖਿੱਚ ਚੜਾਉਣ ਵਾਲੇ। ਕਦੀ ਪੋਚੇ ਇਹਨਾਂ ਦੇ 2 ਦਿਨ ਲੱਗਦੇ ਪੋਚੇ ਸਾਫ ਹੀ ਹੋਇਆ, ਕਦੀ ਡਸਟਿੰਗ, ਕਦੀ ਸਫਾਈਆਂ, ਕਦੀ ਰੋਟੀ। ਮੈਂ ਕਿਹਾ ਪ੍ਰਾਰਥਨਾ ਕਰਿਓ ਕਰੋ ਘੰਟੇ। ਕਹਿੰਦੇ ਰੋਟੀਆਂ ਪਕਾ ਲਿਓ, ਪ੍ਰਾਰਥਨਾ ਕਰਦਿਆ ਕਰਾਂਗੇ। ਰੋਟੀਆਂ ਪਕਾ ਲਓ। ਕਿਸਾਨ ਸਾਡੇ ਦੇ ਇਦਾਂ ਦਾ ਕਹਿੰਦਾ। ਮਤਲਬ ਇਹ ਜੇ ਸੰਤਾਂ ਦੇ ਘਰ ਦੀ ਕਹਾਣੀ ਇਦਾਂ ਦੀ, ਤੇ ਜਿਹੜੇ ਬਾਕੀ ਆ ਉਹਨਾਂ ਦੇ ਕੀ ਹਿਸਾਬ ਕਿਤਾਬ ਹੋਊਗਾ? ਇਹ ਤਾਂ ਮੈਂ ਜਗ ਜ਼ਾਹਰ ਕਰ ਰਿਹਾ। ਹਾਲੇਲੂਇਆ। ਹਾਲੇਲੂਇਆ। ਪਰ ਫਿਰ ਵੀ ਮੈਂ ਆਪਣੇ ਆਪ ਦੇ ਵਿੱਚ ਤੇ ਉਹਨਾਂ ਦੇ ਅੰਦਰ ਵਿਵੇਕ ਦੇ ਵਿੱਚ ਵੀ ਇੱਕ ਕੰਮ ਨੂੰ ਮੈਂ ਕਰ ਰਿਹਾ ਹਾਂ ਕਿ ਉਹਨਾਂ ਦਾ ਵਿਵੇਕ ਜਾਣਦਾ ਆ ਕਿ ਸਾਡਾ ਪਤੀ ਠੀਕ ਹੈ। ਹਾਲੇਲੂਇਆ। ਸਾਨੂੰ ਉਸ ਲੈਵਲ ਤੱਕ ਕੀ ਕਰਨਾ ਪੈਣਾ ਆ? ਆਉਣਾ ਪੈਣਾ ਆ। ਉਹ ਆਤਮਿਕ ਲੈਵਲ ਸਾਨੂੰ ਕੀ ਕਰਨਾ ਪੈਣਾ? ਬਣਾਉਣਾ ਪੈਣਾ। ਇਸੇ ਪਤਨੀਆਂ ਦੇ ਨਾਲ ਕੀ ਕਰ ਲਓ ਭਲਾ? ਪ੍ਰੇਮ ਕਰੋ।
पतियों ਇੱਥੇ ਵੀ ਕੋਈ ਕੰਡੀਸ਼ਨ ਰੱਖਤੀ ਹੋਣੀ ਹੈ। ਹਾਂ ਪੜਿਓ। जैसे हे पतियों हाँ। अपनी अपनी पत्नी से प्रेम रखो। ਆਪਣੀ ਆਪਣੀ ਦੇ ਨਾਲ ਹੀ ਕਰਨਾ ਹੈ। ਕੁੜੀ ਨੇ ਵੀ ਜ਼ੋਰ ਦੇ ਕੇ ਕਿਹਾ, ਨਹੀਂ ਵਚਨ ਚ ਇਦਾਂ ਲਿਖਿਆ। थोड़ा जा अपनी अपनी ज्यादा लिखा है ਹਾਂ ना। ਹਾਲੇਲੂਇਆ। ਆਪਣੀ ਆਪਣੀ ਪਤਨੀ ਦੇ ਨਾਲ ਕੀ ਕਰੋ? ਪ੍ਰੇਮ ਪ੍ਰੇਮ ਕਰੋ। ਰੱਖੋ। ਹਾਂਜੀ जैसा मसीह ने भी कलीसिया से प्रेम करके ਹਾਂ ਮਸੀਹ ਨੇ ਕਲੀਸਿया ਦੇ ਨਾਲ ਇੱਥੋਂ ਵੀ ਫੇਰ ਮਿਸਾਲ ਦੇ ਦਿੱਤੀ ਹੈ। ਇੱਥੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੱਦਾਂ ਮਸੀਹ ਨੇ ਵੀ ਹਾਂ जैसा मसीह ने भी हाँ। कलीसिया से प्रेम करके ਕਲੀਸਿया ਨਾਲ ਪ੍ਰੇਮ ਕਰਕੇ अपने आप को उसके लिए दे दिया। ਦੇ ਦਿਆ। ਹਾਲੇਲੂਇਆ। ਹਾਲੇਲੂਇਆ ਹਾਲੇਲੂਇਆ। ਇਹਦਾ ਮਤਲਬ ਪਤਨੀ ਜਾਨ ਮੰਗਦੀ ਆ। ਕੀ ਮੰਗਦੀ ਆ? ਜਾਨ ਨਹੀਂ ਮੰਗਦੀ, ਆਪਣੇ ਆਪ ਨੂੰ ਦੇਤਾ ਆਖਰ ਜਾਨ ਹੀ ਦੇਣੀ ਪੈ ਗਈ। कलीसिया भी ਉਹ ਕਹਿੰਦੀ ਮੈਂ ਨਹੀਂ ਸਿਰ ਲਾਉਣਾ, ਮੈਂ ਨਹੀਂ ਲਾਉਣਾ। ਉਹ ਕਹਿੰਦਾ ਠੀਕ ਆ ਫਿਰ ਮੈਂ ਲਾ ਦਿੰਦਾ। ਯਿਸੂ ਮਸੀਹ ਨੇ ਕੀ ਕੀਤਾ? ਪਹਿਲ ਕਰ ਦਿੱਤੀ। ਹਾਲੇਲੂਇਆ ਹਾਲੇਲੂਇਆ। ਸੋ ਪਤਨੀ ਦੇ ਨਾਲ ਪ੍ਰੇਮ ਜਿਹੜਾ ਕਰਨਾ ਹੈ ਨਾ, ਇਹ ਵੀ ਇੱਕ ਸਮਝ ਲਓ ਸਿਰ ਧੜ ਦੀ ਕੀ ਆ ਭਲਾ? ਬਾਜੀ ਆ। ਜਿਹੜਾ ਸਿਰ ਦੇਣ ਲਈ ਤਿਆਰ ਆ ਨਾ, ਉਹ ਹੀ ਪ੍ਰੇਮ ਨਿਭਾ ਸਕਦਾ ਪਤਨੀ ਦੇ ਨਾਲ। ਤੇ ਜਿਹੜਾ ਪਤਨੀ ਨਾਲ ਪ੍ਰੇਮ ਨਿਭਾ ਗਿਆ, ਉਹ ਪ੍ਰਭੂ ਨਾਲ ਪ੍ਰੇਮ ਨਿਭਾ ਗਿਆ। ਹਾਲੇਲੂਇਆ ਹਾਲੇਲੂਇਆ। ਆ ਗਿਆ। ਪਤਨੀ ਸਾਡੇ ਲਈ ਬੜਾ ਵੱਡਾ ਚੈਲੰਜ ਹੈ। ਠੀਕ ਹੈ? ਕੀ ਹੈ ਭਲਾ? चैलेंज चैलेंज है। हालेलुया। हाँ जी। कि उसको वचन के द्वारा हाँ जल के स्नान से शुद्ध करके हाँ। पवित्र बनाए। हाँ वचन के द्वारा जल के स्नान के नाल की करे? शुद्ध करके शुद्ध करके पवित्र बनाए। हालेलुया। ठीक है जी। हाँ जी। 31 तक। और उसे एक ऐसी तेजस्वी कलीसिया बनाकर हाँ अपने पास खड़ी करें हाँ। जिसमें ना कलंक ना झुर्री हाँ। ना कोई और ऐसी ਇਹਦਾ ਮਤਲਬ ਜੇਕਰ ਮੈਂ ਪਤਨੀ ਦੇ ਨਾਲ ਪਿਆਰ ਨਹੀਂ ਨਾ ਕਰਦਾ, ਜਿਹੜਾ ਮਸੀਹ ਵਾਲਾ ਪਿਆਰ ਆ, ਤੇ ਪਤਨੀ ਦੀਆਂ ਝੁਰੀਆਂ ਤੇ ਕਲੰਕ ਜਿਹੜੇ ਆ ਉਹ ਜਾ ਸਕਦੇ नहीं ਇਹ ਆ ਪਿੱਛੇ ਰਾਜ ਜਿਹੜਾ ਹੈ। ਹਾਲੇਲੂਇਆ ਹਾਲੇਲੂਇਆ। ਸੋ ਪਤਨੀ ਦੇ ਸਾਰੇ ਇਹ ਦਾਗ ਦੋਗ ਜਿਹੜੇ ਮਿਟਨੇ ਆ, ਇਹ ਆਦਤਾਂ ਦੇ ਵਿੱਚ ਪਰਿਵਰਤਨ ਆਉਣਾ ਆ, ਤੇ ਉਹ ਪਤੀ ਦੇ ਕਿਸ ਚੀਜ਼ ਦੇ ਨਾਲ ਆਉਣਾ ਆ? प्रेम के नाम ਪ੍ਰੇਮ ਦੇ ਨਾਲ। हालेलुया। ਹਾਲੇਲੂਇਆ। ਹਾਂਜੀ ਹਾਂਜੀ। ऐसी वस्तु हो हाँ। वर्ण पवित्र और निर्दोष हो। इस प्रकार उचित है ਇਹਦਾ ਮਤਲਬ ਪਤਨੀ, ਦੂਸਰੇ ਸ਼ਬਦਾਂ 'ਚ ਆਪਾਂ ਕਹਿ ਦੋ ਪਤਨੀ ਦੋਸ਼ਣ ਆ। ਕਿਉਂ ਇਹਦੇ ਨਾਲ ਪਿਆਰ ਕਰਨਾ ਹੈ? क्योंकि मसीह ने ਪਤਨੀ ਕੀ ਆ? ਦੋਸ਼ਣ ਆ, ਦੋਸ਼ਣ ਕਲੰਕਣ ਆ। ਲੈ ਗੱਲ ਨਹੀਂ ਸਮਝੇ? कलीसिया ਯਿਸੂ ਮਸੀਹ ਨੇ ਜੋ ਕਲੀਸਿਆ ਦੀ ਮਿਸਾਲ ਦਿੱਤੀ ਆ, ਤੇ ਉਹ 'ਚ ਕੀ ਕੁਝ ਪਾਇਆ ਗਿਆ? ਉਹ ਕਾਹਦੇ ਨਾਲ ਸਾਫ਼ ਕੀਤਾ ਗਿਆ ਆ? ਪ੍ਰੇਮ ਦੇ ਨਾਲ। ਪ੍ਰਭੂ ਨੇ ਪ੍ਰੇਮ ਦੇ ਨਾਲ ਕਲੀਸਿਆ ਨੂੰ ਕੀ ਕੀਤਾ ਆ? ਸਾਫ਼ ਕੀਤਾ ਹੀ। ਤੇ ਪਤੀ ਨੇ ਵੀ ਪ੍ਰੇਮ ਦੇ ਨਾਲ ਕੀ ਕਰਨਾ ਆ? पत्नी ਨੂੰ ਸਾਫ਼ ਕਰਨਾ ਆ। ਹਾਲੇਲੂਇਆ ਹਾਲੇਲੂਇਆ। ਨਹੀਂ ਤਾਂ ਉਹ ਵਿਚਾਰੀ ਦੋਸ਼ਣ ਰਹਿੰਦੀ, ਉਹ ਕੀ ਹੋ ਜਾਊਗੀ? ਮਰ ਜਾਊਗੀ। ਤੇ ਉਹ ਦੋਸ਼ਣ ਰਹਿੰਦੀ ਮਰੇ, ਉਹਦੇ ਤੋਂ ਪਹਿਲਾਂ ਤੂੰ ਉਹਦੇ ਦੋਸ਼ ਨੂੰ ਦੂਰ ਕਰਨ ਲਈ ਕੀ ਕਰਨਾ ਆ? ਆਪਣੀ ਕੁਰਬਾਨੀ ਦੇਣੀ ਆ। हालेलुया। ਹਾਲੇਲੂਇਆ ਹਾਲੇਲੂਇਆ। ਇਹ ਹੈਗੇ ਪਿਛਲੀਆਂ ਗੱਲਾਂ, ਜਿਹੜੀਆਂ ਵਿਚਲੀਆਂ ਗੱਲਾਂ ਈਸ਼ਵਰੀ ਪ੍ਰੇਮ ਦੇ ਨਾਲ ਤਾਲੁਕ ਰੱਖਣ ਵਾਲੀਆਂ ਗੱਲਾਂ ਨੂੰ ਆਪਾਂ ਦੇਖ ਰਹੇ ਹਾਂ। ਹਾਂਜੀ ਹਾਂਜੀ। इसी प्रकार हाँ। उचित है हाँ। कि पति अपनी अपनी पत्नी से हाँ। अपनी देह के समान प्रेम रखे। ਹਾਂ ਇੱਥੇ ਖਬਰਦਾਰ ਕਰਤਾ ਕਿ ਆਪਣੀ ਆਪਣੀ ਪਤਨੀ, ਅੱਜ ਕੱਲ ਪਤਨੀਆਂ ਦੇ ਨਾਲ ਨਾ ਦੂਜਿਆਂ ਦੀਆਂ ਪਤਨੀਆਂ ਦੇ ਨਾਲ ਇਦਾਂ ਦਾ ਪ੍ਰੋਗਰਾਮ ਸੰਸਾਰ ਬਹੁਤ ਚੱਲ ਰਿਹਾ। ਆਪਣੀ ਨਾਲ ਕਿਹਨੂੰ ਕਰਦੇ ਆ ਪ੍ਰੇਮ? ਦੂਸਰੀਆਂ ਨੂੰ ਪ੍ਰੇਮ ਕਰਦੇ ਆ। ਹਾਲੇਲੂਇਆ। ਪਰ ਇੱਥੇ ਆਪਣੀ ਆਪਣੀ ਦੋ ਵਾਰੀ ਕਹਿ ਦਿੱਤਾ ਗਿਆ ਨਾ। ਆਪਣੀ ਆਪਣੀ ਪਤਨੀ ਨੂੰ ਕੀ ਕਰਨਾ ਆ? ਪ੍ਰੇਮ ਕਰਨਾ ਆ। के अपनी देह के ਦੇਹ ਦੇ ਸਮਾਨ ਕਰਨਾ ਹੈ। ਦੇਹ ਦੇ ਸਮਾਨ। जो अपनी पत्नी से प्रेम रखता है हाँ। वह अपने आप से प्रेम रखता है। ਹਾਂ ਹਾਲੇਲੂਇਆ। ਇਹਦਾ ਮਤਲਬ ਜਿਹੜਾ ਪਤਨੀ ਨਾਲ ਫਿਰ ਵੈਰ ਰੱਖਦਾ, ਕਿਹਦੇ ਨਾਲ ਵੈਰ ਰੱਖਦਾ? अपने आप ਆਪਣੇ ਆਪ ਨਾਲ ਵੈਰ ਰੱਖਦਾ। ਸੋ ਇਹ ਹੈਗਾ ਈਸ਼ਵਰੀ ਪ੍ਰੇਮ ਦਾ ਸਿਧਾਂਤ। हालेलुया। ਹਾਲੇਲੂਇਆ। ਅਸੀਂ ਪ੍ਰੇਮ ਕਰਦੇ ਹੋਏ ਇੱਕ ਦੂਸਰੇ ਦੇ ਕਲੰਕ ਤੱਕ ਨੂੰ ਕੀ ਕਰ ਦੇਣਾ ਆ? ਧੋ ਦੇਣਾ। ਹਾਲੇਲੂਇਆ। हालेलुया। ਪਤੀ ਨੇ ਪਤਨੀ ਨਾਲ ਪ੍ਰੇਮ ਕਰਨਾ ਆ, ਤੇ ਕਲੀਸਿਆ ਨੇ ਇੱਕ ਦੂਜੇ ਨਾਲ ਕੀ ਕਰਨਾ ਆ? ਪ੍ਰੇਮ ਕਰਨਾ। प्रेम करना ਕਿਉਂਕਿ ਇਹ ਪ੍ਰੇਮ ਦੇ ਵਿੱਚ ਇੱਕ ਤਾਕਤ ਆ ਕਿ ਦੋਸ਼ ਤੱਕ ਨੂੰ ਕੀ ਕਰ ਦਿੰਦੀ ਆ?
ਅਗਲੇ ਦੇ ਦੋਸ਼ ਨੂੰ ਕੀ ਕਰ ਦਿੰਦੀ ਆ, ਧੋ ਦਿੰਦੀ ਆ। ਪਰ ਤੇਰੇ ਕੋਲ ਜੇ ਈਸ਼ਵਰੀ ਪ੍ਰੇਮ ਹੋਊਗਾ ਤਾਂ ਹਾਲੇਲੂਇਆ। हालेलुया। ਆ ਜਾਓ, ਠੀਕ ਹੈ। क्योंकि हाँ क्योंकि किसी ने कभी अपने शरीर से बैर नहीं रखा, जिदा अपने ਨਾਲ ਪ੍ਰੇਮ ਕਰਦਾ ਇਦਾਂ ਪ੍ਰੇਮ ਕਰਨਾ ਕਹਿੰਦਾ, ਕਿਉਂਕਿ ਕਿਸੇ ਨੇ ਕਦੀ ਆਪਣੀ ਦੇਹ ਦੇ ਨਾਲ ਵੈਰ ਰੱਖਿਆ ਹੀ ਨਹੀਂ। ਹਾਂ वरन उसका पालन पोषण करता है। ਹਾਂ, ਉਸ ਦੇਹ ਦਾ ਕੀ ਕਰਦਾ ਰਹਿੰਦਾ ਆ, ਪਾਲਣ ਪੋਸ਼ਣ ਕਰਦਾ ਰਹਿੰਦਾ। ਜਿੱਦਾਂ ਆਪਾਂ ਆਪਣੀ ਦੇਹ ਦੇ ਨਾਲ ਮਿਸਾਲ ਦਿੱਤੀ ਆ, ਜਿੱਦਾਂ ਮਸੀਹ ਨੇ ਕੀਤਾ, ਉਸ ਤੋਂ ਬਾਅਦ ਮਿਸਾਲ ਆਪਣੀ ਹੀ ਦੇਹ ਦੀ ਪਤੀ ਨੂੰ ਦੇ ਦਿੱਤੀ ਗਈ ਹੈ। ਜਿੱਦਾਂ ਤੂੰ ਆਪਣੇ ਸਰੀਰ ਨੂੰ ਕੀ ਰੱਖਦਾ ਆ, ਸਾਫ ਸੁਥਰਾ ਰੱਖਦਾ। ਹਾਲੇਲੂਇਆ। 9 ਟਾਈਮ ਸਿਰ ਕੱਟਦਾ, ਨਹਾਉਂਦਾ ਤਾਂ ਟਾਈਮ ਸਿਰ ਆ, ਸ਼ੁੱਧ ਰੱਖਦਾ ਆਪਣੇ ਆਪ ਨੂੰ। ਪਤਨੀ ਨਹਾਉਂਦੀ ਧੋਂਦੀ ਨਾ ਹੋਵੇ, ਮੰਨ ਲਓ 5 6 ਮਹੀਨੇ। ਹਾਲੇਲੂਇਆ, ਹਾਲੇਲੂਇਆ। ਸੋ ਕਹਿੰਦਾ ਜਿੱਦਾਂ ਤੂੰ ਆਪਣੇ ਆਪ ਨੂੰ ਨਾ ਇਦਾਂ ਸਾਫ ਸੁਥਰਾ ਰੱਖਦਾ ਆ, ਤੇ ਪ੍ਰੇਮ ਪਤਨੀ ਨਾਲ ਕਰੂੰਗਾ ਤੇ ਉਹਦਾ ਵੀ ਸਮੇਂ ਸਿਰ ਕੀ ਹੁੰਦਾ ਰਹੂਗਾ, ਸ਼ੁੱਧੀਕਰਨ ਹੁੰਦਾ ਰਹੂਗਾ। ਉਹਦਾ ਨਹਾਉਣ ਧੋਣ ਤੇਰੇ ਪ੍ਰੇਮ ਦੇ ਨਾਲ ਕੀ ਹੁੰਦਾ ਰਹਿਣਾ ਆ, ਚੱਲਦਾ ਰਹਿਣਾ ਆ। ਹਾਲੇਲੂਇਆ। ਆਜ ਠੀਕ ਹੈ ਜੀ। जैसा मसीह भी कलीसिया के साथ करता है, इसलिए कि हम उसकी देह के अंग हैं। हाँ। इस कारण मनुष्य माता पिता को छोड़कर अपनी पत्नी से मिला रहेगा, हाँ। और वह दोनों एक तन होंगे। ਹਾਲੇਲੂਇਆ। ਦੋਨਾਂ ਨੇ ਕੀ ਹੋਣਾ ਆ, ਇੱਕ ਤਨ। ਯਾਨੀ ਕਿ ਸਿਰ ਪਤੀ ਦਾ ਤੇ ਧੜ ਪਤਨੀ ਦਾ। ਹਾਲੇਲੂਇਆ। ਸੋ ਇੱਕ ਤਨ ਹੋਣ ਲਈ ਉਹਨਾਂ ਨੂੰ ਕੀ ਕਰਨਾ ਪੈਣਾ, ਪਤੀ ਨੂੰ ਆਪਣਾ ਸਿਰ ਦੇਣਾ ਪੈਣਾ ਹੈ, ਪਤਨੀ ਨੂੰ ਆਪਣਾ ਧੜ ਦੇਣਾ ਪੈਣਾ। ਹਾਲੇਲੂਇਆ। ਦੋਨਾਂ ਵਿੱਚੋਂ ਇੱਕ ਬੋਡੀ ਉੱਡ ਜਾਣੀ। ਇੱਕ ਤਨ ਹੋਣ ਤੋਂ ਮਤਲਬ ਕੀ ਆ, ਇੱਕ ਬੋਡੀ ਕੀ ਹੋ ਜਾਣੀ ਹੈ, ਖਤਮ ਹੋ ਜਾਣੀ। ਇੱਕ ਦਾ ਧੜ ਖਤਮ ਹੋ ਜਾਣਾ, ਇੱਕ ਦਾ ਸਿਰ ਖਤਮ ਹੋ ਜਾਣਾ। ਉਹਦਾ ਖਤਮ ਆ, ਉਹ ਵੇਸਟ ਹੋ ਗਿਆ। ਇੱਕ ਜਿਹੜਾ ਆ ਉਹ ਕੀ ਹੋ ਜਾਣਾ ਹੈ, ਚਾਲੂ ਹੋਣਾ ਆ। ਇੱਕ ਤਨ ਹੋਣ ਤੋਂ ਭਾਵ ਆ। ਹਾਲੇਲੂਇਆ। ਸੋ ਇਸ ਪ੍ਰਕਾਰ ਦਾ ਈਸ਼ਵਰੀ ਪ੍ਰੇਮ ਹੈ। ਸੋ ਅੱਗੇ ਆ ਜਾਓ। ਆਪਣੀ ਪਤਨੀ ਨਾਲ ਪ੍ਰੇਮ ਰੱਖੇ ਜੈਸਾ ਮਸੀਹ ਨੇ ਸਾਡੇ ਨਾਲ ਕੀਤਾ, ਕਲੀਸਿਆ ਦੇ ਨਾਲ ਕੀਤਾ। ਔਰ ਪਹਿਲਾ ਥੈਸਲੁਨੀਕੇ 5 ਅਧਿਆਇ ਉਹਦੀ 8 ਐਤ ਵੀ ਪੜ੍ਹ ਲਈਏ। ਪਹਿਲਾ ਥੈਸਲੁਨੀਕੇ 5 ਅਧਿਆਇ ਉਹਦੀ 8 ਐਤ। पर हम जो दिन के हैं, विश्वास और प्रेम की झिलम पहनकर, हाँ। और उद्धार की आशा का टोप पहनकर हाँ। सावधान रहें। हाँ, कादी चिलम पहन के, उद्धार की आशा, हाँ। मुक्ति दी आशा। ना दोबारा आओ। पर हम हाँ जो दिन के हैं, हाँ, और विश्वास और प्रेम की झिलम पहनकर, विश्वास ते प्रेम दी की पाके भला चिलम चिलम समझदे तुसीं? ਤੁਹਾਡੇ ਚੋਂ ਕਿੰਨੇ ਜਣੇ चिलम समझदे? चिलम ਉਹਨੂੰ ਕਹਿੰਦੇ ਹੁੰਦੇ ਆ ਜਿਹੜਾ ਜਦੋਂ ਯੋਧਾ ਹੁੰਦਾ ਆ, ਜਾਂ ਬੁਲਟ ਪ੍ਰੂਫ ਜੈਕਟ ਵੀ ਆਪਾਂ ਕਹਿ ਸਕਦੇ ਹਾਂ। ਤੇ ਦੂਸਰਾ ਉਹਨਾਂ ਨੇ ਇੱਕ ਲੋਹੇ ਦੀ ਜਾਂ ਪਿੱਤਲ ਦੀ ਇਸ ਤਰੀਕੇ ਨਾਲ ਅੱਗੇ ਬੋਡੀ ਉੱਤੇ ਰੱਖਿਆ ਹੁੰਦਾ ਹੈ। ਜਿਹੜੇ ਫੌਜ ਹੁੰਦੇ ਆ ਜਾਂ ਯੋਧੇ ਹੁੰਦੇ ਆ, ਜੇ ਪੁਰਾਣੇ ਸਮੇਂ ਜਿਹੜੇ ਯੋਧੇ ਸੀਗੇ ਤਲਵਾਰਾਂ ਨਾਲ ਭਾਲਿਆਂ ਦੇ ਨਾਲ ਲੜਾਈ ਕਰਦੇ ਸੀ, ਉਹਨਾਂ ਨੇ ਇਹ ਪਾ ਕੇ ਰੱਖਿਆ ਹੁੰਦਾ ਸੀ। ਉਹ ਲੋਹੇ ਦਾ ਜਾਂ ਪਿੱਤਲ ਦਾ ਟਾਈਪ ਦਾ ਹੁੰਦਾ ਸੀਗਾ, ਪੂਰਾ ਕਵਰ ਕੀਤਾ ਹੁੰਦਾ ਸੀ ਛਾਤੀ ਦਾ ਆੜਾ ਹਿੱਸਾ। ਹਾਲੇਲੂਇਆ। ਇਹ ਇੱਥੇ ਹੁਣ ਅਸੀਂ ਇਹਨੂੰ ਕਾਹਦੇ ਨਾਲ ਕਵਰ ਕਰਨਾ, ਪ੍ਰੇਮ ਦੇ ਨਾਲ। ਹਾਲੇਲੂਇਆ। ਇਹਦਾ ਮਤਲਬ ਪ੍ਰੇਮ ਦੇ ਨਾਲ ਜੇ ਇਹਨੂੰ ਕਵਰ ਕਰ ਲਿਆ ਤੇ ਦੁਸ਼ਮਣ ਦਾ ਤੀਰ 'ਤੇ ਕੋਈ ਅਸਰ ਕਰ ਜੂ? नहीं। ਦੁਸ਼ਮਣ ਦਾ ਤੀਰ ਤਾਂ ਇੱਥੇ ਵੱਜ ਕੇ ਟੇਢਾ ਹੀ ਹੋ ਜਾਣਾ, ਅੰਦਰ ਵੜਨਾ, ਅੰਦਰ ਨਹੀਂ ਵੜਨਾ। ਹਾਲੇਲੂਇਆ। ਪਰ ਇਹ ਕੰਮ ਕਿਹਦੇ ਨਾਲ ਹੋਣਾ ਆ, ਜਿਹਨੇ ਇਸ ਝਿਲਮ ਨੂੰ ਕੀ ਕਰਨਾ ਆ, ਪਹਿਨਣਾ ਆ। हालेलुया। ਹਾਲੇਲੂਇਆ। ਕਿਉਂਕਿ ਸਾਡਾ ਯੁੱਧ ਆ, ਸਾਡੀ ਇੱਕ ਲੜਾਈ ਆ, ਜਿਹੜਾ ਹਮੇਸ਼ਾ ਸਾਡੇ ਤੇ ਇੱਕ ਸਮਝ ਲਓ ਵਿਰੋਧ ਦੇ ਵਿੱਚ ਸਾਡੇ ਲੋਕਾਂ ਨੂੰ, ਹਾਲਾਤ ਨੂੰ, ਮਾਹੌਲ ਨੂੰ ਬਣਾਉਂਦਾ ਰਹਿੰਦਾ ਆ। ਔਰ ਉਹ ਸਾਡੇ ਤੇ ਵਾਰ ਹੁੰਦੇ ਆ। ਹਾਲੇਲੂਇਆ। ਕੁਝ ਸ਼ਬਦਾਂ ਦੇ ਵਾਰ ਹੁੰਦੇ ਆ, ਕੁਝ ਜਲਨ ਦੇ ਵਾਰ, ਕਈ ਪ੍ਰਕਾਰ ਦੇ ਵਾਰ ਸਾਡੇ ਤੇ ਹੁੰਦੇ ਆ। ਪਰ ਜੇ ਪ੍ਰੇਮ ਦੀ ਝਿਲਮ ਪਹਿਨੀ ਹੋਈ ਹੋਊਗੀ, ਵਾਰ ਹੋਣਗੇ ਪਰ ਉਹਦਾ ਅਸਰ ਹੋਊਗਾ, ਅਸਰ ਨਹੀਂ ਹੋਊਗਾ। ਹਾਲੇਲੂਇਆ। ਇਸ ਲਈ ਝਿਲਮ ਪਹਿਨੀ ਹੈ। ਦੇਖੋ ਪ੍ਰੇਮ ਦੀ ਝਿਲਮ ਨੂੰ ਪਹਿਨਣਾ ਹੈ। ਨਾਲ ਵਿਸ਼ਵਾਸ ਵੀ ਲਿਖਿਆ ਹੈ, ਵਿਸ਼ਵਾਸ ਤੇ ਪ੍ਰੇਮ ਦੀ ਝਿਲਮ। विश्वास में प्रेम की झिलम।
ਯਾਕੂਬ 1 ਅਧਿਆਇ ਉਹਦੀ 12 ਆਇਤ। ਪਰ ਇੱਕ ਆਪਾਂ ਗੱਲ ਹੋਰ ਨਾਲ ਲਿਖ ਲੈਨੇ, ਪਤਨੀਆਂ ਦੇ ਬਾਰੇ ਵੀ ਕੋਈ ਗੱਲ ਲਿਖ ਲਈਏ ਥੋੜੀ ਜੀ, ਹਾਂ। ਕਿਉਂਕਿ ਪਤਨੀਆਂ ਇਹੀ ਨਾ ਸੋਚਦੀਆਂ ਰਹਿਣ ਕਰੇ ਪਤੀਆਂ ਨੇ ਪ੍ਰੇਮ ਕਰਨਾ, ਢਿੱਲੇ ਨਾ ਹੋ ਜਾ ਹਨਾ। ਹਾਲੇਲੂਇਆ। ਉਹ ਵੀ ਗੱਲ ਜ਼ਰੂਰੀ ਆ। ਤਿਤੁਸ ਦੀ ਕਿਤਾਬ 2 ਅਧਿਆਇ ਉਹਦੀ 4 ਆਇਤ। ਤਿਤੁਸ दूसरा तीमुथियुस दे अगे 2 ਦੀ 4। ताकि वे जवान स्त्रियों को चितौनी देती रहे कि अपने पतियों और बच्चों से प्रीति रखें। हाँ, अपने पतियां दे नाल ते बच्चों दे नाल की करे भला? हाँ, पत्नी ने भी की करना है? प्रेम रखना है। देखो, पत्नी ने भी प्रेम रखना। हाँ, 2:4 पत्नी ने भी प्रेम रखना। हुण पढ़ लो याकूब 1:12। धन्य है वह मनुष्य हाँ, जो परीक्षा में स्थिर रहता है, हम्म। क्योंकि वह खरा निकलकर जीवन का वह मुकुट पाएगा जिसकी प्रतिज्ञा प्रभु ने अपने प्रेम करने वालों को दी है। हाँ, प्रभु ने जेकर ਆਪਾਂ ਪ੍ਰੇਮ ਕਰਾਂਗੇ, ਈਸ਼ਵਰੀ ਪ੍ਰੇਮ ਆਪਣੇ ਵਿੱਚ ਰੱਖਾਂਗੇ ਤੇ ਪਰਮੇਸ਼ਰ ਦੇ ਨਾਲ ਵੀ ਪ੍ਰੇਮ ਨੂੰ ਪਾਲਦੇ ਰਵਾਂਗੇ, ਤੇ ਜਦੋਂ ਇਹ ਕਰਾਂਗੇ ਤੇ ਸਾਡੇ ਲਈ ਕੀ ਰੱਖਿਆ ਹੋਇਆ ਪਰਮੇਸ਼ਰ ਨੇ? ईश्वरीय मुकुट रखा है। दोबारा पढ़ लो। धन्य है वह मनुष्य हाँ, जो परीक्षा में स्थिर रहता है, हाँ, क्योंकि वह खरा निकलकर हाँ, जीवन का वह मुकुट पाएगा हाँ। जिसकी प्रतिज्ञा प्रभु ने अपने प्रेम करने वालों को दी है। ਇਹਦਾ ਮਤਲਬ ਜਿਹੜੇ ਮਸੀਹ ਨਾਲ ਪ੍ਰੇਮ ਕਰਦੇ, ਪਰਮੇਸ਼ਰ ਨਾਲ ਪ੍ਰੇਮ ਕਰਦੇ ਆ, ਉਹਨਾਂ ਲਈ ਕੀ ਰੱਖਿਆ ਹੋਇਆ? ਮੁਕਟ ਰੱਖਿਆ ਪਿਆ ਆ। ਹਾਲੇਲੂਇਆ। ਪਰ ਜੇ ਪ੍ਰੇਮ ਰੱਖਣਗੇ ਫੇਰ ਹੀ ਪ੍ਰੀਖਿਆ ਵਿੱਚੋਂ ਕੀ ਹੋਣਗੇ? ਖਰੇ ਨਿਕਲਣਗੇ। ਜੇ ਮੈਂ ਚਾਹਣਾ ਜਿਹੜੀ ਪ੍ਰੀਖਿਆ 'ਚ ਮੈਂ ਚੱਲ ਰਿਹਾ ਆ, ਇਹਦੇ ਵਿੱਚ ਮੈਂ ਫੇਰ ਕੀ ਪਹਿਨ ਲਵਾਂ? ਪ੍ਰੇਮ। ਸਿੱਧਾ ਹਿਸਾਬ। ਕਈ ਵਾਰੀ ਸਾਡੇ ਇਲਾਜ ਜਿਹੜੇ ਨਾ ਉਹ ਵੱਖਰੇ ਟ੍ਰੀਟਮੈਂਟ ਦੇ ਵੱਖਰੇ ਸਿਸਟਮ ਦੇ ਨਾਲ। ਹੁਣ ਇੱਥੇ ਸਾਡੇ ਕੀ ਆ? ਪ੍ਰਾਰਥਨਾ ਕਰੋਗੇ, ਉਹਦੇ ਥਰੂ ਵੀ ਤੁਸੀਂ ਅਜਮਾਇਸ਼ ਚੋਂ ਕੀ ਹੋ ਸਕਦੇ ਆ? ਨਿਕਲ ਸਕਦੇ ਆ। ਹਾਲੇਲੂਇਆ। ਤੇ ਜੇ ਪ੍ਰੇਮ ਕਰੋਗੇ, ਇਹਦੇ ਥਰੂ ਵੀ ਪ੍ਰੀਖਿਆ ਵਿੱਚੋਂ ਕੀ ਕਰ ਸਕਦੇ ਆ? ਨਿਕਲ ਸਕਦੇ ਆ। ਹਾਲੇਲੂਇਆ। ਸਿੱਧਾ ਮਤਲਬ ਜੇ ਪ੍ਰਾਰਥਨਾ ਦੇ ਨਾਲ ਸੂਤ ਨਹੀਂ ਆ ਰਿਹਾ ਤੇ ਵੀ ਕੀ ਕਰ ਲਓ? ਪ੍ਰੇਮ ਕਰ ਲਓ। ਹਾਲੇਲੂਇਆ। ਹਾਲੇਲੂਇਆ। ਤੇ ਜੇ ਪ੍ਰੇਮ ਦੇ ਨਾਲ ਨਹੀਂ ਸੂਤ ਆ ਰਿਹਾ ਤੇ ਨਾਲ ਕੀ ਜੋੜ ਲਓ? ਪ੍ਰਾਰਥਨਾ। हालेलुया। ਸੋ ਇਹ ਸਾਰੇ ਹਥਿਆਰ ਸਾਨੂੰ ਕੀ ਕਰ ਦਿੱਤੇ ਗਏ ਆ? ਦੇ ਦਿੱਤੇ ਗਏ ਆ ਵੀ ਤਾਂ ਕਿ ਕਿਸੇ ਵੀ ਪ੍ਰਕਾਰ ਤੁਸੀਂ ਅਜਮਾਇਸ਼ ਵਿੱਚ ਰਵੋ ਨਾ। ਹਾਲੇਲੂਇਆ। ਆ ਜਾ। ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਪ੍ਰਤਿਗਿਆ ਕੀਤੀ ਹੈ। ਪਹਿਲਾ ਯੋਹਨਾ 2 ਅਧਿਆਇ ਦੀ 15 ਤੋਂ 17 ਦੋ ਆਇਤਾਂ ਹੋਰ ਹੈ, ਫਿਰ ਪ੍ਰਾਰਥਨਾ ਕਰਦੇ ਹਾਂ। ਪਹਿਲਾ ਯੋਹਨਾ 2 ਅਧਿਆਇ ਦੀ 15 ਤੋਂ 17 ਵਿਸ਼ਾ ਸਾਡਾ ਚੱਲ ਰਿਹਾ ਆ ਮਿਲਾਪ ਦੇ ਤੰਬੂ ਦੇ ਪਵਿੱਤਰ ਸਥਾਨ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਪਰਦਾ ਔਰ ਪਰਦੇ ਦਾ ਰੰਗ। ਉਹਦੇ ਵਿੱਚ ਰੰਗ ਇੱਕ ਆਇਆ ਨੀਲਾ, ਜਿਹੜਾ ਈਸ਼ਵਰੀ ਪ੍ਰੇਮ ਨੂੰ ਦਿਖਾਉਂਦਾ। हाँ, पहला यूहन्ना 2 अध्याय 15 ਤੋਂ 17। तुमने जो पढ़ लो कोई नहीं। तुमने जो संसार से और संसार की वस्तुओं से प्रेम रखा, हाँ, यदि कोई संसार से प्रेम रखता है हाँ, तो वह अपने पिता से प्रेम नहीं है। हाँ, तुम ना प्रेम संसार की वस्तु से नहीं ना कर लो पढ़ लो पढ़ लो। तुम ना तो ਉੱਥੇ संसार ਨਹੀਂ ਰਾਵਣਾ से ਨਾ। ਹਾਂ ਹਾਂ। और ना संसार की वस्तुओं से प्रेम ਤੁਸੀਂ रखो। ਨਾ ਸੰਸਾਰ ਦੇ ਨਾਲ ਤੇ ਨਾ ਸੰਸਾਰ ਦੀਆਂ ਵਸਤੂਆਂ ਦੇ ਨਾਲ। ਹਾਲੇਲੂਇਆ। ਸੋ ਸਾਡੇ ਚ ਰੰਗ ਕਿਹੜਾ ਚੜਨਾ ਆ? ਯਿਸੂ ਮਸੀਹ ਵਾਲਾ। ਤੇ ਯਿਸੂ ਮਸੀਹ ਨੇ ਇਹ ਕੰਮ ਕੀਤਾ ਨਹੀਂ, ਨਾ ਸੰਸਾਰ ਦੇ ਨਾਲ ਤੇ ਨਾ ਸੰਸਾਰ ਦੀਆਂ ਵਸਤੂਆਂ ਨਾਲ। ਹਾਂ, तुम ना तो
संसार से हाँ और ना संसार की वस्तुओं से प्रेम रखो। हाँ हाँ यदि कोई संसार से प्रेम रखता है तो हाँ उसमें पिता का प्रेम नहीं। ਏਦਾਂ ਹੈ ਆ ਕੰਮ। ਜੇ ਆਪਾਂ ਸੰਸਾਰ ਵਾਲੇ ਪ੍ਰੇਮ ਸ਼ੋ ਕਰੀ ਜਾਂਦੇ ਨਾ ਇਹਦਾ ਮਤਲਬ ਸਾਡੇ ਚ ਫਿਰ ਪਿਤਾ ਵਾਲਾ ਪ੍ਰੇਮ ਹੈ ਨਹੀਂਗਾ। ਹਾਲੇਲੂਇਆ। ਸੋ ਇਹਦਾ ਮਤਲਬ ਵੀ ਆਪਾਂ ਨੂੰ ਸੰਸਾਰ ਨਾਲ ਜੁੜਨ ਵਾਲਾ ਜਿਹੜਾ ਪ੍ਰੇਮ ਹੈ ਉਹਨੂੰ ਲੱਭਣਾ ਪੈਣਾ ਤੇ ਉਹਦੇ ਪ੍ਰਤੀਸ਼ਤ ਦੇਖਣੇ ਪੈਣੇ ਆ, ਕਿੰਨੇ ਪ੍ਰਤੀਸ਼ਤ ਮੇਰੇ ਚ ਉਹ ਪਾਇਆ ਜਾਂਦਾ ਹੈ। ਉਸ ਤੋਂ ਬਾਅਦ ਮੈਂ ਈਸ਼ਵਰੀ ਪ੍ਰੇਮ ਨੂੰ ਵੀ ਦੇਖਣਾ ਹੈ, ਮੇਰੇ ਵਿੱਚ ਪਾਇਆ ਗਿਆ ਹੈ ਤੇ ਕਿੱਥੋਂ ਤੱਕ ਪਹੁੰਚ ਗਿਆ। ਕਿਉਂਕਿ ਜਦੋਂ ਕਿਸੇ ਬਾਲਟੀ ਵਿੱਚ ਕੋਈ ਪਾਣੀ ਡੋਲਿਆ ਜਾਂਦਾ ਆ ਤੇ ਬਾਲਟੀ ਨਾਲ ਕੀ ਹੁੰਦੀ ਜਾਂਦੀ ਆ, ਭਰਦੀ ਜਾਂਦੀ ਹੈ ਨਾ। ਹਾਲੇਲੂਇਆ। ਸੋ ਮੇਰੇ ਚ ਜਿੰਨੀ ਦੇਰ ਤੋਂ ਇਸ ਬਰਤਨ ਦੇ ਵਿੱਚ ਜਿੰਨੀ ਦੇਰ ਤੋਂ ਮੈਂ ਤੌਬਾ ਕੀਤੀ ਤੇ ਪਰਮੇਸ਼ਰ ਦਾ ਪ੍ਰੇਮ ਜਦੋਂ ਮੈਂ ਪਵਿੱਤਰ ਆਤਮਾ ਪਾਇਆ ਡੋਲਿਆ ਜਾ ਰਿਹਾ ਹੈ ਤੇ ਮੇਰੇ ਚ ਕਿੱਥੋਂ ਤੱਕ ਆ ਗਿਆ, ਕਿੰਨੇ ਪ੍ਰਤੀਸ਼ਤ ਆ ਗਿਆ। ਕਿਉਂਕਿ ਜਿੰਨੇ ਪ੍ਰਤੀਸ਼ਤ ਆ ਗਿਆ ਤੇਰੇ ਵਿੱਚ ਉਹਨੇ ਪ੍ਰਤੀਸ਼ਤ ਸੰਸਾਰ ਵਾਲਾ ਕੀ ਹੋ ਗਿਆ, ਨਿਕਲ ਗਿਆ। ਸਿੱਧਾ ਹਿਸਾਬ। ਜਿੰਨਾ ਈਸ਼ਵਰੀ ਪ੍ਰੇਮ ਤੇਰੇ ਚ ਡੁੱਲ ਗਿਆ ਤੇ ਸਮਝ ਲਓ ਓਨਾ ਹੀ ਸੰਸਾਰ ਦਾ ਪ੍ਰੇਮ ਕੀ ਹੋ ਗਿਆ, ਨਿਕਲ ਗਿਆ ਹੈ। ਉਹ ਚੈੱਕ ਕਰਨੇ ਕਿੰਨੇ ਕਰਨਾ ਵੀ, ਉਹ ਆਪੇ ਚੈੱਕ ਕਰਨਾ ਹੈ। ਹਾਲੇਲੂਇਆ। ਔਰ ਉਹ ਚੈੱਕ ਕਰਕੇ ਤੇ ਦੇਖਣਾ ਹੈ ਵੀ ਅਜੇ ਤੱਕ ਉਹੋ ਹੀ ਆ, ਸੰਸਾਰ ਵਾਲਾ ਹੀ ਆ ਕਿ ਸੰਸਾਰ ਦੇ ਨਾਲ ਥੋੜਾ ਵੈਰ ਵੀ ਚੱਲ ਰਿਹਾ ਜਾਂ ਸੰਸਾਰ ਦੀਆਂ ਚੀਜ਼ਾਂ ਤੋਂ ਮਨ ਚੱਕ ਵੀ ਹੋ ਰਿਹਾ। ਕਿਉਂਕਿ ਓਨਾ ਹੀ ਚੱਕ ਹੋਣਾ ਜਿੰਨਾ ਇੱਧਰ ਵਿੱਚ ਆਇਆ ਹੋਇਆ ਹੋਊਗਾ। ਹਾਲੇਲੂਇਆ। ਹਾਂਜੀ। क्योंकि जो कुछ संसार में है हाँ अर्थात शरीर की अभिलाषा, ਕਿਉਂਕਿ ਸੰਸਾਰ ਦੇ ਵਿੱਚ ਜਿਹੜਾ ਆ ਉਹ ਚੀਜ਼ਾਂ ਕਿਹੜੀਆਂ ਆ ਗਈਆਂ, शरीर की ਸੰਸਾਰ ਦੇ ਨਾਲ ਜਦੋਂ ਪ੍ਰੇਮ ਪਾਲਦੇ ਆ, ਸੰਸਾਰ 'ਚ ਪ੍ਰੇਮ ਰੱਖਦੇ ਆ, ਜਿਹੜਾ ਸੰਸਾਰ ਵਾਲਾ ਪ੍ਰੇਮ ਆ ਉਹ ਸਾਡੇ ਵਿੱਚ ਕੀ ਪੈਦਾ ਕਰਦਾ ਹੈ। ਨੰਬਰ 1 शरीर की अभिलाषा, ਸਰੀਰ ਦੀ ਅਭਿਲਾਸ਼ਾ, आंखों की अभिलाषा ਅੱਖਾਂ ਦੀ ਅਭਿਲਾਸ਼ਾ, और जीविका का घमंड। ਹਾਂ ਇਹ ਚੀਜ਼ਾਂ ਲੈ ਕੇ ਆਉਂਦਾ ਹੈ। ਸੰਸਾਰ ਨਾਲ ਜੁੜਿਆ ਹੋਇਆ ਮੋਹ ਜਾਂ ਪ੍ਰੇਮ ਕਿਹੜੀਆਂ ਚੀਜ਼ਾਂ ਲੈ ਕੇ ਆਉਂਦਾ, ਸਰੀਰ ਦੀ ਅਭਿਲਾਸ਼ਾ, ਅੱਖਾਂ ਦੀ ਅਭਿਲਾਸ਼ਾ ਤੇ ਜੀਵਨ ਦਾ ਘਮੰਡ। ਇਹਨੇ ਇਹ ਲੈ ਕੇ ਆਉਣਾ। ਇਹ ਚੈੱਕ ਕਰਨ ਲਈ ਸਾਨੂੰ ਇਹ ਤਿੰਨ ਚੀਜ਼ਾਂ ਦਿੱਤੀਆਂ। ਹਾਲੇਲੂਇਆ। ਜਿੱਦਾਂ ਬੁਖਾਰ ਚੈੱਕ ਕਰਨ ਲਈ ਕੀ ਹੁੰਦਾ ਭਲਾ, ਥਰਮਾਮੀਟਰ ਹੁੰਦਾ। ਇਹਦੇ ਚ 3 ਥਰਮਾਮੀਟਰ ਹੈ। ਸੰਸਾਰ ਵਾਲਾ ਵੀ ਚੈੱਕ ਕਰ ਸਕਦੇ ਹਾਂ, ਸੌਰੀ ਸਰੀਰ ਵਾਲਾ ਕਿੰਨੇ ਪ੍ਰਤੀਸ਼ਤ ਆ, ਸਰੀਰ ਦਾ ਬੁਖਾਰ ਕਿੰਨਾ ਚੜਿਆ, ਅੱਖਾਂ ਦਾ ਬੁਖਾਰ ਕਿੰਨਾ ਕਿਆ ਤੇ ਜੀਵਨ ਦੇ ਘਮੰਡ ਵਾਲਾ ਬੁਖਾਰ ਕਿੰਨਾ ਕਿਆ, ਉਹ ਇੱਥੋਂ ਚੈੱਕ ਕਰ ਸਕਦੇ ਆ। जीविका का घमंड। ਜੀਵਕਾ ਦਾ ਘਮੰਡ, ਜੀਵਕਾ ਮਤਲਬ ਜੀਵਨ ਦਾ ਘਮੰਡ, ਜੀਵਨ ਦਾ ਘਮੰਡ। ਹਾਲੇਲੂਇਆ। ਸੋ ਅੱਜ हाँ वह पिता की ओर से नहीं, हाँ ਇਹ ਜਿਹੜਾ ਪ੍ਰੇਮ ਆ ਇਹ ਪਿਤਾ ਦੇ ਵੱਲੋਂ ਹੈ ਨਹੀਂ, परंतु संसार की ओर से है। ਸੰਸਾਰ ਦੇ ਵੱਲੋਂ ਆ। संसार और उसकी अभिलाषाएं ਹਾਂ दोनों मिटते जाते हैं, ਮਿਟਦੀ ਜਾਂਦੀ ਆ ਬਈ। पर जो परमेश्वर की इच्छा ਇਹਦਾ पर ਮਤਲਬ ਜਿੰਨਾ ਜੀਵਨ ਮੇਰਾ ਬੀਤਦਾ ਜਾਂਦਾ ਆ, ਜਿੱਤੇ ਤੇ ਮੈਂ ਮਾਣ ਕਰਦਾ, ਜਿਹਦੀ ਅਭਿਲਾਸ਼ਾ ਵਿੱਚ ਮੈਂ ਚੱਲਦਾ ਆ, ਜਿੱਚ ਮੈਂ ਅੱਖਾਂ ਲਾਈਆਂ ਹੋਈਆਂ ਆ, ਇਹ ਕੀ ਹੁੰਦਾ ਜਾਂਦਾ ਆ, ਬੀਤਦਾ ਜਾਂਦਾ ਆ। ਹਾਲੇਲੂਇਆ। ਭਾਈ ਕਿੰਨੇ ਸਾਲਾਂ ਦੇ ਹੋਗੇ? मैं 35 ਕਿੰਨੇ ਸਾਲਾਂ ਦੇ ਹੋਗੇ? 40। ਕਿੰਨੇ ਸਾਲਾਂ ਦੇ ਹੋਗੇ? 37। ਕਿੰਨੇ ਸਾਲਾਂ ਦੇ ਹੋਗੇ? ਬੀਤ ਗਏ ਵੇ। ਤੁਹਾਡੇ ਅੱਖਾਂ ਦਾ ਪ੍ਰੋਗਰਾਮ ਵੀ ਕੀ ਹੋ ਗਿਆ, ਬੀਤ ਗਿਆ ਹੈਨਾ। ਤੇ ਸਰੀਰ ਵਾਲਾ ਪ੍ਰੋਗਰਾਮ ਵੀ ਕੀ ਹੋ ਗਿਆ। ਤੇ ਜਿਹੜੀਆਂ ਗੱਲਾਂ ਤੇ ਰੱਖਦੇ ਸੀ ਘਮੰਡ ਤੇ ਉਹ ਵੀ ਕੀ ਹੁੰਦਾ ਜਾਂਦਾ ਆ, ਬੀਤਦਾ ਜਾਂਦਾ ਆ। ਕਿਉਂਕਿ ਇਹ ਬੀਤਦਾ ਜਾਂਦਾ ਆ, ਇਹ ਸਮਾਪਤ ਕਿੱਥੇ ਹੁੰਦਾ ਜਾ ਕੇ, ਇਹਦਾ ਬੀਤ ਰਿਹਾ ਮੌਤ ਤੇ। ਹਾਲੇਲੂਇਆ। ਹਾਲੇਲੂਇਆ। ਇਸ ਲਈ ਤੁਸੀਂ ਉਹ ਇੱਥੇ ਬੈਠੇ ਜਿਨ੍ਹਾਂ ਨੇ ਆਪਣੇ ਜੀਵਨਾਂ ਦੱਸਿਆ ਨਾ, ਜੀਵਨ ਦੀਆਂ ਟਾਈਮ ਲਾਈਨ ਦੱਸੀ ਹੈ ਨਾ, ਤੁਸੀਂ ਉਸ ਵੈਰਾਈਟੀ ਦੇ ਵਿੱਚ ਆ ਜਿਹੜਾ 70 ਤੇ 80 ਸਾਲ ਦੀ ਪੀੜ੍ਹੀ ਹੁੰਦੀ ਆ ਤੇ ਉਹਦੇ ਚ ਅੱਧ ਟੱਪ ਚੁੱਕੇ ਨੇ। ਹਾਲੇਲੂਇਆ। ਹਾਲੇਲੂਇਆ। ਤੇ ਅਗਲਾ ਜਿਹੜਾ ਪ੍ਰੋਗਰਾਮ ਹੈ ਗਿੱਟੇ ਗੋਡੇ ਮੋਢੇ ਦਰਦਾਂ ਵਾਲਾ ਹੀ ਆ, ਕੋਈ ਖਾਸ ਕੰਮ ਹੈ ਨਹੀਂਗਾ। ਇਹ ਜਿਹੜਾ ਤੇਰਾ ਘਮੰਡ ਹੈ, ਤੇਰੇ ਹੀ ਰੋਗਾਂ ਨੇ ਉਹ ਘਮੰਡ ਕੀ ਕਰ ਦੇਣਾ ਹੈ, ਤੋੜ ਦੇਣਾ ਤੇਰਾ ਘਮੰਡ। हालेलुया। आज पर जो परमेश्वर की इच्छा पर चलता है हाँ वह सर्वदा बना रहेगा। हाँ हालेलुया। इसलिए संसार ਦੀਆਂ ਚੀਜ਼ਾਂ ਲਿਖੋ, ਸੰਸਾਰ ਦੀਆਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਕਰਨਾ।
प्रकाशित वाक्य 2 अध्याय ਉਹਦੀ 4 ਤੇ 5 ਆਏ जल्दी पढ़ते हो 2 हिंट लिखा देना फिर ਆਪਾਂ सोमवार ਨੂੰ खुदा ਚਾਹੇਗਾ ਜਾਂ ਐਤਵਾਰ ਨੂੰ ਸ਼ਾਮ ਨੂੰ ਦੇਖਾਂਗੇ ਕੱਲ ਕਲਾਸ ਹੈ ਨਹੀਂਗੀ ਸੋ ਕੱਲ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਐਤਵਾਰ ਦੀ ਬੰਦਗੀ ਲਈ ਪ੍ਰਾਰਥਨਾ ਕਰਨੀ ਆ ਔਰ WhatsApp ਦੇ ਉੱਤੇ ਤੁਹਾਡੀਆਂ ਸਾਰਿਆਂ ਦੀਆਂ ਡਿਊਟੀਆਂ ਤੁਹਾਨੂੰ ਦੱਸ ਦਿੱਤੀਆਂ ਜਾਣਗੇ ਰਾਤ ਨੂੰ ਤੁਸੀਂ ਕਿਹੜੇ ਟਾਈਮ ਆਪਣੇ ਆਪਣੇ ਘਰ ਦੇ ਵਿੱਚ ਪ੍ਰਾਰਥਨਾ ਕਰਨੀ ਹੈ पर मुझे तेरे विरुद्ध ये कहना है हाँ। कि तूने अपना पहला सा प्रेम छोड़ दिया है। बस जी पहला प्रेम छड़ दिता है लिख लो हिंट लिख लो ये इतने मनन करांगे एतवार में और एक ऐत हो पढ़ लो प्रकाशित वाक्य 3 दी 19 मैं जिन जिन से प्रीति रखता हूँ उन सब को उलाना और ताड़ना देता हूँ। हाँ। इसलिए सरगर्म हो हाँ। और मन फिरा। बस बस जिन्हां नाल प्रेम करदा है प्रभु उन्हां नूं ताड़ना भी दिंदा है ਇਹ ਗੱਲਾਂ ਨੂੰ ਆਪਾਂ ਇਹਨਾਂ ਦੇ ਵਿੱਚ ਦੀਆਂ ਗੱਲਾਂ ਨੂੰ ਬਾਅਦ ਚ ਆਪਾਂ ਸਿੱਖਾਂਗੇ ਖੁਦਾ ਚਾਹੂਗਾ ਤੇ ਐਤਵਾਰ ਨੂੰ ਸ਼ਾਮ ਕੱਲ WhatsApp ਤੇ ਤੁਹਾਨੂੰ ਸਾਰਾ ਭੇਜ ਦਿੱਤਾ ਜਾਊਗਾ ਡਾਟਾ ਜਿਹਦਾ ਐਤਵਾਰ ਦੇ ਵਾਸਤੇ ਬੰਦਗੀ ਵਾਸਤੇ ਤੁਸੀਂ ਰਾਤ ਨੂੰ ਪ੍ਰਾਰਥਨਾ ਕਰਦੇ ਹੋ खुदावन खुदा तेरा शुक्र तेरी तारीफ करते हैं धन्यवाद करते हैं अज अच्छे समय लिए बैठ के जो तेरे वचन ते मनन किया खुदावन और ये वचनों के द्वारा असी परमेश्वर ईश्वरीय प्रेम नूं देख रहे हैं और उस नीले रंग नूं देख रहे हैं जो पर्दे दे विच है प्रभु और साडे विच भी ये रंग पाया जाए खुदावन और हर इस रंग नूं तो दूर करने वाली शय साडे तो दूर हो जाए यीशु मसीह नाम दे विच हुण साडे खुदावन के द्वारा फजल बाप दी मोहब्बत पवित्र आत्मा दी फाखरा कौन तो लेके हमेशा हमेशा तक सब ईमानदार हम कसर नाल नाम दी रवे हालेलुया।